ਲੱਗਿਆ ना तैनूं कदे भी मैं आपदी मां दे गल लग के रोवां, आपदी मां कोल जावां कदे? ਤੈਨੂੰ ਤਾਂ ਪਤਾ ਸੀਗਾ ਵੀ ਮੇਰੇ ਪੇਕੇ ਕਿੱਥੇ ਆ, ਤੂੰ ਕਿਉਂ ਨਾ ਆਈ? ਤਾਂ ਮੈਨੂੰ ਕਹਿੰਦੀ ਜਦੋਂ ਮੈਨੂੰ ਦੇਸ਼ ਨਿਕਾਲਾ ਮਿਲ ਗਿਆ ਸੀ ਫਿਰ ਮੈਂ ਕਿਵੇਂ ਆਉਂਦੀ? ਬਸ਼ਰਮ ਹੁੰਦਾ ਕਹਿੰਦੀ ਉਹ ਬੰਦਾ ਜਿਹੜਾ ਦੇਸ਼ ਨਿਕਾਲਾ ਦਿੱਤੇ ਤੋਂ ਮੁੜ ਕੇ ਵਾਪਸ ਜਾਵੇ। ਫਿਰ ਚਲੋ ਜਿਵੇਂ ਵੀ ਹੁੰਦਾ ਪਿੰਡਾਂ ਦੇ ਹਾਲਾਤ ਹੁੰਦੇ ਆ, ਸਮਝੌਤਾ ਕਰਕੇ ਜੀ ਇਹਨਾਂ ਨੂੰ ਵਾਪਸ ਫਿਰ ਉੱਥੇ ਤੋਰਨ ਲਈ ਕਹਿ ਤਾ ਉਹਨਾਂ ਨੇ। ਤਾਂ ਇਹ ਬੀਬੀ ਜੀਤੋ ਕਹਿੰਦੇ ਮੇਰੀ ਦਾਦੀ ਦੱਸਦੀ ਸੀ ਲਾਸਟ ਟਾਈਮ ਜੀ, ਕਹਿੰਦੇ ਚਟੂਰੇ ਦੀ ਵਹੀ ਨੂੰ ਹੱਥ ਪਾਇਆ ਇਹਨੇ ਤੇ ਇੱਕ ਹੱਥ ਚਗਾਠ ਨੂੰ ਪਾਇਆ ਹੋਇਆ ਸੀ ਵੀ ਬਾਈ ਮੈਂ ਉੱਥੇ ਜਾਣਾ ਨਹੀਂ, ਮੈਂ ਬਹੁਤ ਔਖੀ ਆ, ਮੈਨੂੰ ਤੁਸੀਂ ਰੱਖ ਲਓ ਤੇ ਮੈਂ ਤੁਹਾਡੇ ਘਰੇ ਭਾਂਡੇ ਮਾਂਜ ਕੇ ਟਾਈਮ ਪਾਸ ਕਰ ਲੂੰ। ਕਹਿੰਦੇ ਵੀ ਬਾਈ ਨੇ ਇਹਦੀਆਂ ਸੁਣੀ ਨਹੀਂ ਕੋਈ ਵੀ ਗੱਲ ਤੇ ਬਾਈ ਨੇ ਇਹਨੂੰ ਕੁੱਟਣਾ ਸਟਾਰਟ ਕਰਤਾ ਤੇ ਕੁੱਟ ਕੇ ਇਹਨੂੰ ਉੱਠ ਤੇ ਬਿਠਾਤਾ ਵੀ ਨਹੀਂ ਤੂੰ ਚੱਲ ਆਪਦੇ ਸਹੁਰੀ। ਤੁਸੀਂ ਕਦੇ ਮਾਂ ਦੀਆਂ ਅੱਖਾਂ ਦੇ ਵਿੱਚ ਉਹ ਵਿਰਾਗ ਦੇਖਿਆ, ਕਦੇ ਰੋਂਦਿਆਂ ਨੂੰ ਦੇਖਿਆ ਇਹਨਾਂ ਨੂੰ? ਬਹੁਤ। ਇਸ ਵਾਰ ਮੈਂ ਗਈ ਲੋਕਡਾਊਨ ਦੇ ਦੌਰਾਨ, ਮੈਂ ਆਪਣੀ ਦਾਦੀ ਨੂੰ ਪੁੱਛਿਆ ਦਾਦੀ ਜੀਤੋ ਕੌਣ ਸੀ? ਤਾਂ ਮੇਰੀ ਦਾਦੀ ਮੇਰੇ ਗੱਲ ਲੱਗ ਕੇ ਰੋ ਪਈ, ਮੈਨੂੰ ਕਹਿੰਦੀ ਤੂੰ ਕਿੱਥੋਂ ਗੱਲਾਂ ਛੇੜ ਲਈਆਂ। ਆਜ਼ਾਦ ਟੀਵੀ ਨਾਲ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਅੱਜ ਅਸੀਂ ਪਹੁੰਚੇ ਹੋਏ ਹਾਂ ਹਨੂਮਾਨਗੜ੍ਹ ਦੇ ਨੇੜੇ ਪਿੰਡ ਡਬਲੀ ਰਠੌਰ। ਤੁਹਾਨੂੰ ਇੱਕ ਇਹੋ ਜਿਹੀ ਕਹਾਣੀ ਦੇ ਰੂਬਰੂ ਕਰਵਾਉਣ ਜਾ ਰਹੇ ਹਾਂ, ਇੱਕ ਇਹੋ ਜਿਹੀ ਬਜ਼ੁਰਗ ਔਰਤ ਦੇ ਰੂਬਰੂ ਕਰਵਾਉਣ ਜਾ ਰਹੇ ਹਾਂ ਜਿਸ ਦੀ ਕਹਾਣੀ ਸੁਣ ਕੇ ਸ਼ਾਇਦ ਹੀ ਕੋਈ ਇਨਸਾਨ ਹੋਊਗਾ ਜਿਸ ਦੀਆਂ ਅੱਖਾਂ ਨਮ ਨਹੀਂ ਹੋਣਗੀਆਂ। ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਆਪਣੇ ਆਸੇ-ਪਾਸੇ ਬਹੁਤ ਸਾਰੀਆਂ ਕਹਾਣੀਆਂ, ਬਹੁਤ ਸਾਰੇ ਦੁਖਾਂਤ ਵਾਪਰਦੇ ਦੇਖਦੇ ਹਾਂ। ਕੁਝ ਦੁਖਾਂਤ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਸੁਣ ਕੇ ਸਾਡੇ ਰੌਂਗਟੇ ਖੜੇ ਹੋ ਜਾਂਦੇ ਆ। ਅਸੀਂ ਸੋਚੇ ਬਿਨਾਂ, ਅਸੀਂ ਭਾਵੁਕ ਹੋਏ ਬਿਨਾਂ ਨਹੀਂ ਰਹਿ ਸਕਦੇ। ਇਹ ਕਹਾਣੀ 22 ਸਾਲ ਦੀ ਉਸ ਜੀਤੋ ਦੀ ਹੈ ਜੋ 63 ਸਾਲਾਂ ਬਾਅਦ ਜੀਤੋ ਬੇਬੇ ਬਣ ਕੇ ਆਪਣੇ ਪਰਿਵਾਰ ਨੂੰ ਮਿਲੀ ਹੈ। 63 ਸਾਲ ਆਪਣੇ ਪਰਿਵਾਰ ਤੋਂ ਦੂਰ ਰਹਿਣ ਦਾ ਜਿਹੜਾ ਦੁੱਖ ਹੈ, ਜਿਹੜਾ ਦੁਖਾਂਤ ਹੈ, ਸ਼ਾਇਦ ਹੀ ਸਾਡੇ 'ਚੋਂ ਕੋਈ ਸਮਝ ਸਕਦਾ, ਕਿਉਂਕਿ ਜਦੋਂ ਅਸੀਂ ਆਪਣੇ ਪਰਿਵਾਰਾਂ ਤੋਂ ਕੁਛ ਕੁ ਟਾਈਮ ਵੀ ਦੂਰ ਰਹੀਏ ਤਾਂ ਸਾਡਾ ਬੁਰਾ ਹਾਲ ਹੋ ਜਾਂਦਾ ਹੈ। ਪਰ ਉਹ ਔਰਤ, ਉਹ ਬਜ਼ੁਰਗ ਔਰਤ ਜਿਹਨੇ 63 ਸਾਲ ਆਪਣੇ ਪਰਿਵਾਰ ਤੋਂ ਪਾਸੇ ਰਹਿ ਕੇ ਕੱਟੇ, ਕਿਵੇਂ ਉਹ ਆਪਣੇ ਪਰਿਵਾਰ ਨੂੰ ਇੰਨੇ ਸਾਲਾਂ ਤੋਂ ਬਾਅਦ ਮਿਲੇ, ਕਿਹੋ ਜਿਹਾ ਉਹਨਾਂ ਦਾ ਜਿਹੜਾ ਇੰਨਾ ਸਮਾਂ ਕਿਵੇਂ ਗੁਜ਼ਰਿਆ ਉਹਨਾਂ ਦਾ, ਕਿਵੇਂ ਉਹ ਆਪਣੇ ਪਰਿਵਾਰ ਨੂੰ ਮਿਲੇ, ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਉਹਨਾਂ ਦੇ ਰੂਬਰੂ ਕਰਵਾਉਣ ਦੀ। ਸਾਡੇ ਨਾਲ ਹੀ ਉਹ ਬੈਠੇ ਨੇ, ਪਰ ਉਹਨਾਂ ਦੀ ਉਮਰ ਦੇ ਲਿਹਾਜ਼ ਨਾਲ, ਜ਼ਿੰਦਗੀ ਦੇ ਤਜਰਬਿਆਂ ਦੇ ਨਾਲ ਸ਼ਾਇਦ ਐਡੇ ਵੱਡੇ ਦੁਖਾਂਤ 'ਚੋਂ ਨਿਕਲੇ ਆ, ਤਾਂ ਕਰਕੇ ਉਹਨਾਂ ਦੀ ਜਿਹੜੀ ਸੁਣਨ ਦੀ ਸ਼ਕਤੀ ਆ ਅਤੇ ਜੋ ਸਮਝਣ ਦੀ ਸ਼ਕਤੀ ਆ, ਅੱਖਾਂ ਦੀ ਜਿਹੜੀ ਅੱਖਾਂ ਦੀ ਨਜ਼ਰ ਆ, ਉਹ ਵੀ ਬਹੁਤ ਘੱਟ ਚੁੱਕੀ ਹੈ। ਪਰ ਸਾਡੇ ਨਾਲ ਉਹ ਬੈਠੇ ਨੇ ਜਿਨ੍ਹਾਂ ਨੇ ਇੰਨੀਆਂ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਇਹਨਾਂ ਨੂੰ ਲੱਭ ਲਿਆ, ਇੰਨੇ ਸਾਲਾਂ ਬਾਅਦ ਲੱਭ ਲਿਆ, ਇੰਨੀ ਸ਼ਿੱਦਤ ਦੇ ਨਾਲ ਲੱਭਿਆ ਕਿ ਆਖਰ ਉਹ ਜੀਤੋ ਬੇਬੇ ਅੱਜ ਸਾਡੇ ਨਾਲ ਮੌਜੂਦ ਹੈ। ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਤੁਹਾਡੇ ਗੱਲਬਾਤ ਕਰਵਾਉਣ ਦੀ, ਕੋਸ਼ਿਸ਼ ਕਰਾਂਗੇ ਕਿ ਇਹ ਆਪਸ ਦੇ ਵਿੱਚ ਗੱਲ ਕਰਨ। ਬੇਬੇ ਤੋਂ ਅਸੀਂ ਜਿਹੜੀਆਂ ਉਹਨਾਂ ਦੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਉਹਨਾਂ ਦੇ ਇੰਨੇ ਸਾਲ ਗੁਜ਼ਰੇ, ਕਿਵੇਂ ਉਹਨਾਂ ਨਾਲ ਕੀ ਕੀ ਬੀਤਿਆ। ਸੋ ਆਓ ਤੁਹਾਨੂੰ ਪਹਿਲਾਂ ਰੂਬਰੂ ਕਰਵਾਉਂਦੇ ਹਾਂ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜਿਨ੍ਹਾਂ ਨੇ ਬੇਬੇ ਨੂੰ, ਜੀਤੋ ਬੇਬੇ ਨੂੰ ਇੰਨੇ ਸਾਲਾਂ ਬਾਅਦ ਲੱਭਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਜੀਤੋ ਬੇਬੇ ਦੀ ਭੈਣ ਦੀ ਪੋਤਰੀ ਨੇ ਇਹ, ਗੁਰਵੀਰ ਕੌਰ ਜੀ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮਤਲਬ ਮੈਂ ਮੁਬਾਰਕਾਂ ਦੇਣਾ ਚਾਹੁੰਦੀ ਹਾਂ ਕਿ ਇੰਨੀ ਸ਼ਿੱਦਤ ਦੇ ਨਾਲ ਤੁਸੀਂ ਇੰਨਾ ਟਾਈਮ, ਜਿਵੇਂ ਤੁਸੀਂ ਮੈਨੂੰ ਪਹਿਲਾਂ ਦੱਸ ਰਹੇ ਸੀ ਕਿ ਬਹੁਤ ਕੋਸ਼ਿਸ਼ਾਂ ਕੀਤੀਆਂ ਤੁਸੀਂ, ਕਿੰਨੇ ਲੋਕਾਂ ਦੇ ਨਾਲ ਕੰਟੈਕਟ ਕੀਤੇ, ਕਿੰਨੇ ਪਿੰਡਾਂ ਦੇ ਵਿੱਚ ਪਤਾ ਕੀਤਾ ਨਾ। ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਮਤਲਬ ਇੰਨਾ ਕਿਸੇ ਇਨਸਾਨ ਦੇ ਲਈ ਇੰਨਾ ਸੋਚਦੇ ਆ, ਇੰਨੀ ਮਿਹਨਤ ਕਰਦੇ ਹਨ। ਤਾਂ ਮੈਂ ਤੁਹਾਡੇ ਤੋਂ ਸਭ ਤੋਂ ਪਹਿਲਾਂ ਪੁੱਛਣਾ ਚਾਹੁੰਦੀ ਹਾਂ ਕਿ ਕਿਵੇਂ ਦਾ ਤੁਹਾਨੂੰ ਸਭ ਤੋਂ ਪਹਿਲਾਂ ਜੀਤੋ ਬੇਬੇ ਬਾਰੇ ਪਤਾ ਕਿਸ ਤੋਂ ਲੱਗਿਆ ਸੀ ਕਿ ਸਾਡੇ ਪਰਿਵਾਰ ਦੀ ਇੱਕ ਉਹ ਔਰਤ ਸੀ ਜੋ ਇੰਨੇ ਸਾਲਾਂ ਤੋਂ ਵਿਛੜੀ ਹੋਈ ਹੈ? ਹਾਂਜੀ, ਮੈਂ ਨਾ ਛੋਟੇ ਹੁੰਦੇ ਆਪਣੀ ਦਾਦੀ ਨਾਲ ਰਹਿੰਦੀ ਹੁੰਦੀ ਸੀ। ਇਹ ਮੇਰੇ ਦਾਦੀ ਦੇ ਭੈਣ ਨੇ ਜੀ।
ਤੇ ਮੈਂ ਇਹਨਾਂ ਨੂੰ ਸਿਰਫ ਇਸੇ ਕਰਕੇ ਲੱਭਿਆ। ਇੱਕ ਜਿਹੜੀ 12 ਸਾਲ ਦੀ ਕੁੜੀ ਆ, ਉਹਨੂੰ ਸੁਪਨੇ ਆਉਂਦੇ ਉਹਦੀ ਭੈਣ ਜਾ ਰਹੀ ਆ ਉਹਨੂੰ ਛੱਡ ਕੇ, ਤੇ ਆਵਾਜ਼ਾਂ ਮਾਰਦੀ ਜਾਂਦੀ ਆ ਸੀਤੇ ਆ ਜਾ ਮੈਂ ਤੇਰੀ ਬਾਂਹ ਫੜਦੀ ਆ। ਉਹਨੂੰ ਉਹ ਸੁਪਨਿਆਂ 'ਚ ਗੱਲਾਂ ਦਿਸਦੀਆਂ ਨੇ। ਮੈਂ ਛੋਟੀ ਹੁੰਦੀ ਨੇ ਉਹਨਾਂ ਦੀਆਂ ਗੱਲਾਂ ਸੁਣੀਆਂ, ਉਹ ਰੋਂਦੇ ਸੀ ਆਪਣੀਆਂ ਭੈਣਾਂ ਨਾਲ ਗੱਲਾਂ ਕਰਕੇ। ਉਹ ਸਾਰੇ ਪਰਿਵਾਰ 'ਚ ਗੱਲ ਨਹੀਂ ਕਰਦੇ ਸੀ, ਜਦੋਂ ਉਹ ਇਕੱਠੀਆਂ ਹੁੰਦੀਆਂ ਸੀ ਨਾ ਉਦੋਂ ਹੀ ਗੱਲਾਂ ਕਰਦੀਆਂ ਸੀਗੀਆਂ ਉਹ ਸਾਰੀਆਂ ਭੈਣਾਂ। ਤਾਂ ਉਹਨਾਂ ਨੂੰ ਕਈ ਵਾਰ ਲੱਗਦਾ ਸੀ ਮੈਂ ਛੋਟੇ ਹੋਣ ਕਰਕੇ ਵੀ ਇਹ ਬੱਚੀ ਇਹ ਸੌਂਗੀ, ਪਰ ਮੈਂ ਉਹਨਾਂ ਦੀਆਂ ਗੱਲਾਂ ਉਹ ਸੁਣਦੀ ਰਹੀ ਬਚਪਨ ਤੋਂ ਲੈ ਕੇ ਹੁਣ ਤੱਕ। ਉਹ ਜਦੋਂ ਸਮੇਂ ਦੇ ਨਾਲ ਨਾਲ ਗੱਲਾਂ ਸੀ ਜਿਹੜੀਆਂ ਉਹ ਸਾਈਡ 'ਤੇ ਹੁੰਦੀਆਂ ਰਹੀਆਂ। ਮੈਂ ਕੋਸ਼ਿਸ਼ ਕਰਦੀ ਸੀ ਆਪਣੀ ਦਾਦੀ ਤੋਂ ਪੁੱਛਣ ਦੀ ਵੀ ਕੌਣ ਸੀ ਜੀਤੋ, ਤੁਸੀਂ ਕਿਹਨੂੰ ਲੱਭਦੇ ਸੀ, ਹੈ ਨਾ। ਜਦੋਂ ਕਿਸੇ ਅਸੀਂ ਇਕੱਠ ਵੱਠ 'ਤੇ ਜਾਣਾ ਉਦੋਂ ਵੀ ਉਹਨਾਂ ਨੇ ਗੁਰਦੁਆਰੇ ਜਾਂ ਕਿਤੇ ਹੋਰ ਜਿਵੇਂ ਰਾਜਸਥਾਨ ਦੇ ਏਰੀਏ 'ਚ ਖਾਸ ਤੌਰ 'ਤੇ, ਤਾਂ ਉਹਨਾਂ ਨੇ ਆਪਣੀ ਭੈਣ ਨੂੰ ਕਹਿਣਾ ਥੋੜ੍ਹਾ ਜਿਹਾ ਬਹਾਨਾ ਲਾ ਕੇ ਆਪਾਂ ਹੋਰ ਬਹਿ ਜਾਈਏ, ਖਬਰ ਆਪਾਂ ਨੂੰ ਜੀਤੋ ਹੀ ਦਿਸ ਜੇ। ਉਹ ਸਾਰੀਆਂ ਗੱਲਾਂ ਸੀ ਜੀ। ਤਾਂ ਉਹ ਬਚਪਨ ਦੀਆਂ ਯਾਦਾਂ ਸੀ ਜਿਹੜੀਆਂ ਉਹ ਮੇਰੇ ਚੇਤਿਆਂ 'ਚ ਵਸੀਆਂ ਹੋਈਆਂ ਸੀਗੀਆਂ। ਇੰਨੇ ਲੰਮੇ ਸਮੇਂ ਬਾਅਦ ਮਤਲਬ ਮੈਨੂੰ ਪੁੱਛਣ ਦੀ ਹਿੰਮਤ ਨਹੀਂ ਸੀ ਆਪਣੀ ਦਾਦੀ ਤੋਂ, ਕਿਵੇਂ ਪੁੱਛਾਂ ਜਾਂ ਕੀ ਕਹਾਣੀਆਂ। ਇਸ ਵਾਰ ਮੈਂ ਗਈ ਲੋਕਡਾਊਨ ਦੇ ਦੌਰਾਨ, ਮੈਂ ਆਪਣੀ ਦਾਦੀ ਨੂੰ ਪੁੱਛਿਆ ਦਾਦੀ ਜੀਤੋ ਕੌਣ ਸੀ, ਤਾਂ ਮੇਰੀ ਦਾਦੀ ਮੇਰੇ ਗਲ ਲੱਗ ਕੇ ਰੋ ਪਈ। ਮੈਨੂੰ ਕਹਿੰਦੀ ਤੂੰ ਕਿੱਥੋਂ ਗੱਲਾਂ ਛੇੜ ਲਈਆਂ, ਤੂੰ ਜੀਤੋ ਬਾਰੇ ਕਿਵੇਂ ਪੁੱਛ ਲਿਆ। ਮੈਂ ਕਿਹਾ ਮੈਂ ਤੁਹਾਡੀਆਂ ਗੱਲਾਂ ਸੁਣੀਆਂ। ਮੈਨੂੰ ਕਹਿੰਦੀ ਤੂੰ ਤਾਂ ਛੋਟੀ ਸੀ। ਮੈਂ ਕਿਹਾ ਮੈਂ ਉਦੋਂ ਦੀਆਂ ਹੀ ਗੱਲਾਂ ਸੁਣੀਆਂ ਹੋਈਆਂ ਤੁਹਾਡੀਆਂ। ਫਿਰ ਉਹਨਾਂ ਨੇ ਮੈਨੂੰ ਦੱਸਿਆ ਵੀ ਮੇਰੀ ਭੈਣ ਸੀ ਜੀ ਜੀਤੋ। ਤਾਂ ਇਹਨਾਂ ਬਾਰੇ ਫਿਰ ਸਾਰੀਆਂ ਗੱਲਾਂ ਬਾਤਾਂ ਮੈਂ ਆਪਣੀ ਦਾਦੀ ਤੋਂ ਪੁੱਛਿਆ। ਉਸ ਤੋਂ ਬਾਅਦ ਮੈਂ ਇਹਨਾਂ ਲੱਭਣਾ ਸਟਾਰਟ ਕੀਤਾ ਹੈ ਜੀ। ਤੇ ਕਿਵੇਂ ਤੁਹਾਨੂੰ ਲੱਭੇ, ਕਿਵੇਂ ਇਹ ਇੰਨੇ ਸਾਲਾਂ ਦੇ ਬਾਅਦ ਤੁਸੀਂ ਕਿਵੇਂ ਕੋਸ਼ਿਸ਼ ਕੀਤੀ? ਤਾਂ ਇਹਨਾਂ ਦੀ ਜ਼ਿੰਦਗੀ ਦੀ ਕਹਾਣੀ ਕੀ ਹੈ? ਇਹ ਗੁੰਮ ਕਿਵੇਂ ਹੋ ਗਏ ਸੀਗੇ ਜੀ? ਇਹਨਾਂ ਨੂੰ ਲੱਭਣ ਦੇ ਲਈ ਤਾਂ ਮੇਰੀ ਦਾਦੀ ਜੀ ਵਰਗੀਆਂ ਨੇ ਭੈਣਾਂ ਨੇ, ਹੈ ਨਾ, ਵੀ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਲੱਭਣ ਦੀ, ਕੋਈ ਜਗ੍ਹਾ ਨਹੀਂ ਛੱਡੀ ਸੀ, ਪਰ ਲੱਭਿਆ ਉਹਨਾਂ ਨੇ ਅੰਦਰ ਖਾਤੇ ਆ, ਸ਼ਰੇਆਮ ਨਹੀਂ ਲੱਭਿਆ ਸੀਗਾ। ਇਹਨਾਂ ਦਾ ਬਸ ਉਹੀ ਜੀ ਸਮਾਜ ਦੀ ਗੰਦੀ ਸੋਚ, ਇੱਕ ਔਰਤ ਨੂੰ ਕੀ ਸਹੀ ਹੋ ਰਿਹਾ ਕੀ ਗਲਤ ਹੋ ਰਿਹਾ ਆਪਣੇ ਨਾਲ ਇਹ ਕਹਿਣ ਦਾ ਹੱਕ ਨਹੀਂ ਹੁੰਦਾ। ਇਹਦੀ ਸਿਚੁਏਸ਼ਨ ਕੀ ਸੀ, ਇਹਦੇ ਹਾਲਾਤ ਕੀ ਸੀ, ਇਹ ਕਿਵੇਂ ਉਹਨਾਂ ਹਾਲਾਤਾਂ 'ਚ ਰਹਿ ਰਹੀ ਸੀ, ਤਾਂ ਉਹ ਸਾਰੀਆਂ ਗੱਲਾਂ ਬਾਤਾਂ ਸੀਗੀਆਂ। ਇਹਦੇ ਪਰਿਵਾਰਕ ਮੈਂਬਰ ਜਿਹੜਾ ਪੇਕਾ ਪਰਿਵਾਰ ਸੀ ਉਹਨਾਂ ਨੇ ਇਹਨਾਂ ਨੂੰ ਨਹੀਂ ਚੱਲਿਆ। ਮੇਰੀ ਦਾਦੀ ਦੱਸਦੀ ਸੀ ਗੱਲਾਂ, ਕਹਿੰਦੀ ਇਹਦੇ ਸਹੁਰਾ ਪਰਿਵਾਰ ਸੀ ਜਿਹੜਾ ਬਹੁਤ ਇਹਨਾਂ 'ਤੇ ਸਾਰਾ ਦਿਨ ਕੰਮ ਕਰਾਉਂਦੇ ਸੀ। ਇਹ ਆਪ ਵੀ ਦੱਸਣਗੇ, ਉਹ ਗੱਲਾਂ ਆਪਾਂ ਕਰਾਂਗੇ ਇਹਨਾਂ ਨਾਲ। ਖਾਣ ਨੂੰ ਰੋਟੀ ਨਹੀਂ ਦਿੰਦੇ ਸੀ ਜੀ, ਕੁੱਟਦੇ ਮਾਰਦੇ ਸੀਗੇ। ਪੇਕੇ ਪਰਿਵਾਰ ਜਾਂਦੇ ਸੀ ਤਾਂ ਪੇਕੇ ਪਰਿਵਾਰ ਵਾਲੇ ਨਹੀਂ ਝੱਲਦੇ ਸੀ ਇਹਨਾਂ ਨੂੰ। ਉਹ ਸਮਝੌਤੇ ਕਰਨ ਤੋਂ ਬਾਅਦ ਇਹਨਾਂ ਨੂੰ ਉੱਥੇ ਇਹਦੇ ਸਹੁਰੇ ਪਰਿਵਾਰ ਦੇ ਵਿੱਚ ਤੋਰ ਦਿੰਦੇ ਸੀ। ਲਾਸਟ ਟਾਈਮ ਮੇਰੇ ਦਾਦੀ ਜੀ ਦੱਸਦੇ ਨੇ ਜਦੋਂ ਇਹਨਾਂ ਨੂੰ ਕਾਫੀ ਕੁੱਟਮਾਰ ਕਰਨ ਤੋਂ ਬਾਅਦ ਮਤਲਬ ਐਂ ਸੁੱਟਤਾ ਸੀ ਵੀ ਇਹ ਮਰ ਗਈ, ਇਹਦੇ 'ਚ ਸਾਹ ਨਹੀਂ ਹੈਗੇ, ਤਾਂ ਪਿੰਡ ਦੇ ਕਿਸੇ ਬੰਦੇ ਨੇ ਸੁਨੇਹਾ ਦੇ ਕੇ ਇਹਨਾਂ ਦੇ ਨਾਨਕੇ ਪਰਿਵਾਰ ਦੇ ਵਿੱਚ ਸੁਨੇਹਾ ਦੇ ਕੇ ਉਹ ਆ ਕੇ ਇਹਨਾਂ ਨੂੰ ਇਹਦੇ ਪੇਕੇ ਪਿੰਡ ਲੈ ਗਈ ਸੀ ਜੀ। ਮਗਰੇ ਹੀ ਪਿੰਡ ਦੀ ਪੰਚਾਇਤ ਲੈ ਕੇ ਇਹਨਾਂ ਦੇ ਜਿਹੜੇ ਹਸਬੈਂਡ ਸੀ ਜੀ ਉਹ ਆ ਗਈ। ਕਹਿੰਦੇ ਤੁਹਾਡੀ ਕੁੜੀ ਕਿਸੇ ਨਾਲ ਨਿਕਲ ਗਈ। ਉਹ ਕਹਿੰਦੇ ਸਾਡੀ ਕੁੜੀ ਤਾਂ ਆ ਬੈਠੀ ਆ, ਤੁਸੀਂ ਕਹਿੰਦੇ ਹੋ ਨਿਕਲ ਗਈ ਕੁੜੀ, ਤਾਂ ਸਾਡੀ ਆ ਬੈਠੀ ਆ। ਫਿਰ ਚਲੋ ਜਿਵੇਂ ਵੀ ਹੁੰਦਾ ਪਿੰਡਾਂ ਦੇ ਹਾਲਾਤ ਹੁੰਦੇ ਆ, ਸਮਝੌਤਾ ਕਰਕੇ ਜੀ ਇਹਨਾਂ ਨੂੰ ਵਾਪਸ ਫਿਰ ਉੱਥੇ ਤੋਰਨ ਲਈ ਕਹਿ ਤਾ ਉਹਨਾਂ ਨੇ। ਤਾਂ ਇਹ ਬੀਬੀ ਜੀਤੋ ਕਹਿੰਦੇ ਮੇਰੀ ਦਾਦੀ ਦੱਸਦੀ ਸੀ ਲਾਸਟ ਟਾਈਮ ਜੀ, ਕਹਿੰਦੇ ਚਟੂਰੇ ਦੀ ਵਹੀ ਨੂੰ ਹੱਥ ਪਾਇਆ ਇਹਨੇ ਤੇ ਇੱਕ ਹੱਥ ਚਗਾਠ ਨੂੰ ਪਾਇਆ ਹੋਇਆ ਸੀ ਵੀ ਬਾਈ ਮੈਂ ਉੱਥੇ ਜਾਣਾ ਨਹੀਂ, ਮੈਂ ਬਹੁਤ ਔਖੀ ਆ, ਮੈਨੂੰ ਤੁਸੀਂ ਰੱਖ ਲਓ ਤੇ ਮੈਂ ਤੁਹਾਡੇ ਘਰੇ ਭਾਂਡੇ ਮਾਂਜ ਕੇ ਟਾਈਮ ਪਾਸ ਕਰ ਲੂੰ। ਕਹਿੰਦੇ ਵੀ ਬਾਈ ਨੇ ਇਹਦੀਆਂ ਸੁਣੀ ਨਹੀਂ ਕੋਈ ਵੀ ਗੱਲ, ਤੇ ਬਾਈ ਨੇ ਇਹਨੂੰ ਕੁੱਟਣਾ ਸਟਾਰਟ ਕਰਤਾ ਤੇ ਕੁੱਟ ਕੇ ਇਹਨੂੰ ਉੱਠ ਤੇ ਬਿਠਾਤਾ ਵੀ ਨਹੀਂ ਤੂੰ ਚੱਲ ਆਪਦੇ ਸਹੁਰੀ। ਮੇਰੀ ਦਾਦੀ ਕਹਿੰਦੀ ਵੀ ਇਹਨੂੰ ਨਾ ਘੜੀਸ ਕੇ ਬੋਤੇ ਦੇ ਉੱਤੇ ਬਿਠਾਇਆ ਗਿਆ ਵੀ ਨਹੀਂ ਤੂੰ ਜਾ। ਦਾਦੀ ਕਹਿੰਦੀ ਮੈਨੂੰ ਇਹ ਆਵਾਜ਼ਾਂ ਮਾਰੀ ਗਈ ਸੀ ਤੇ ਤੂੰ ਮੇਰੇ ਨਾਲ ਆ ਜਾ, ਮੈਂ ਤੇਰੀ ਬਾਂਹ ਫੜ ਲੂੰ, ਤੂੰ ਭੱਜਿਆ। ਦਾਦੀ ਕਹਿੰਦੇ ਮੈਂ ਬੜੀ ਦੂਰ ਤੱਕ ਇਹਦੇ ਮਗਰ ਭੱਜੀ, ਪਰ ਊਠ ਨੇ ਕਿੱਥੇ ਡਾਹ ਦੇਣੀ ਸੀ। ਇਦੋਂ ਬਾਅਦ ਤਾਂ ਜੀ ਉਹਨਾਂ ਕੋਲ ਇਹੀ ਸੁਨੇਹਾ ਆਇਆ ਸੀ ਇਹਦੇ ਸਹੁਰੇ ਪਰਿਵਾਰ ਵੱਲੋਂ। ਵਿੱਚ ਦੀ ਇਹ ਵੀ ਗੱਲਾਂ ਬਾਤਾਂ ਹੋ ਗਈਆਂ ਸੀ ਵੀ ਨਾ ਤਾਂ ਇਹ ਪੇਕੇ ਆਊਗੀ, ਨਾ ਪੇਕਿਆਂ ਦਾ ਕੋਈ ਜੀ ਆ ਜਿਹੜਾ ਇਹਦੇ ਸਹੁਰੀ ਜਾਊਗਾ। ਇਹਨਾਂ ਨੇ ਬੜੇ ਸੁਨੇਹੇ ਘੱਲੇ ਸੀ ਵਿੱਚ ਦੀ ਵੀ ਮੈਂ ਬਹੁਤ ਔਖੀ ਆ, ਮੈਨੂੰ ਮਿਲ ਲਓ ਆ ਕੇ, ਮੈਨੂੰ ਕੋਈ ਖੂਹ ਟੋਬਾ ਵੀ ਨਹੀਂ ਚੱਲਦਾ, ਮੈਨੂੰ ਲੈ ਜਾਓ ਤੁਸੀਂ। ਪਰ ਇਹਨਾਂ ਦਾ ਜਿਹੜਾ ਕੋਈ ਵੀ ਸੁਨੇਹਾ ਹੈ ਉਹ ਇਹਦੇ ਪੇਕੇ ਪਰਿਵਾਰ ਵੱਲੋਂ ਨਹੀਂ ਸੁਣਿਆ ਗਿਆ ਸੀ। ਤੇ ਇਹਨਾਂ ਕੋਲ ਇਹੀ ਮੁੜ ਕੇ ਆ ਗਿਆ ਸੀ ਵੀ ਜੀਤੋ ਬੇਬੇ ਆ ਜਿਹੜੀ ਉਹ ਕਿਸੇ ਨਾਲ ਨਿਕਲ ਗਈ ਹੈ। ਇੰਨਾ ਹੀ ਸਟੋਰੀ ਮੇਰੀ ਦਾਦੀ ਨੂੰ ਪਤਾ ਸੀ, ਇਸ ਤੋਂ ਬਾਅਦ ਉਹਨਾਂ ਨੂੰ ਨਹੀਂ ਪਤਾ ਸੀ। ਨਾ ਹੀ ਜੀਤੋ ਬੀਬੀ ਦਾ ਨਾਂ ਲਿਆ ਜਾਂਦਾ ਸੀ ਉਹਨਾਂ ਦੇ ਪਰਿਵਾਰ ਦੇ ਵਿੱਚ, ਨਾ ਹੀ ਇਹਨਾਂ ਦੀ ਕੋਈ ਗੱਲ ਕੀਤੀ ਜਾਂਦੀ ਸੀਗੀ। ਤੇ
ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ਦੇ ਨਾਲ ਜਾਂ ਇਹਨਾਂ ਨੂੰ ਲੱਭਣ ਦੀ ਬਾਅਦ 'ਚ ਕੋਈ ਕੋਸ਼ਿਸ਼ ਨਹੀਂ ਕੀਤੀ ਵੀ ਇੰਨੇ ਸਾਲ ਵੀ ਆਪਣੀ ਧੀ ਤੋਂ ਦੂਰ ਰਹਿਣ ਦਾ ਜਿਹੜਾ ਦੁੱਖ ਹੁੰਦਾ ਹੈ ਨਾ, ਭਾਵੇਂ ਕਿੰਨਾ ਹੀ ਆ, ਭਾਵੇਂ ਉਹ ਮਾੜੇ ਸੀ ਜਾਂ ਨਹੀਂ ਚੱਲਦੇ ਸੀ, ਪਰ ਇੱਕ ਜਿਹੜਾ ਆਂਦਰਾਂ ਦਾ ਦਰਦ ਹੁੰਦਾ ਹੈ ਨਾ, ਇੱਕ ਖੂਨ ਤਾਂ ਖੂਨ ਹੀ ਹੁੰਦਾ ਆਪਣਾ, ਤਾਂ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਇਹਨਾਂ ਨੂੰ ਲੱਭਣ ਦੀ? ਇਹ ਜੀ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਸੀ ਨਾ, ਉਹ ਆਰਮੀ ਦੇ ਵਿੱਚ ਰਹੇ ਨੇ, ਉਹਨਾਂ ਨੇ ਵਰਲਡ ਵਾਰ ਵੀ ਲੜੀ ਆ। ਤਾਂ ਉਹ ਕਹਿੰਦੇ ਵੀ ਜਦੋਂ ਇਹਨਾਂ ਨੂੰ ਲੱਭ ਲਿਆ ਗਿਆ ਸੀ ਨਾ, ਤਾਂ ਇਹਨਾਂ ਨੂੰ ਜਦੋਂ ਫਿਰ ਮਤਲਬ ਅਸਲ ਦੇ ਵਿੱਚ ਕਹਾਣੀ ਆਈ ਸਟਾਰਟ ਹੁੰਦੀ ਹੈ ਜੀ, ਇਹਨਾਂ ਨੂੰ ਨਾ ਇਹਨਾਂ ਦੇ ਭਾਣਜੇ ਨਾਲ ਤੋਰ ਦਿੱਤਾ ਗਿਆ ਸੀਗਾ। ਬਾਬੇ ਮਕੰਦੇ ਨੇ ਆਪ ਹੀ ਤੋਰਿਆ ਸੀ ਭਾਣਜੇ ਦੇ ਨਾਲ, ਵੀ ਇਹ ਤਾਂ ਪੇਕੇ ਵੀ ਨਹੀਂ ਚੱਲਦੇ, ਜਾ ਪਿੱਲੂ ਤੂੰ ਲੈ ਜਾ। ਬਾਬੇ ਦਾ ਨਾਂ ਪਿੱਲੂ ਸੀ। ਜਦੋਂ ਉਹ ਲੈ ਗਿਆ ਆਪਣੇ ਮਤਲਬ ਬੀਬੀ ਆਪਣੀ ਨਨਾਣ ਦੇ ਕੋਲ, ਰਾਜਪੁਰੇ ਪਿੰਡ ਚਲੇ ਗਏ। ਤਾਂ ਮਗਰੋਂ ਉਹਨਾਂ ਨੇ ਗੱਲ ਬਣਾ ਕੇ ਛੱਡਤੀ ਵੀ ਜੀਤੋ ਤਾਂ ਨਿਕਲ ਗਈ ਜੀ ਕਿਸੇ ਨਾਲ, ਜਦ ਕਿ ਖੁਦ ਬਾਬੇ ਨੇ ਇਹਦੀ ਗਵਾਹ ਉਹਨਾਂ ਦੀ ਨੂੰਹ ਆ ਜੀ, ਜਿਹੜੀ ਦੂਸਰੇ ਵਿਆਹ ਦੀ ਨੂੰਹ ਆ, ਅਮਰੀਕਾ 'ਚ ਨੇ ਇਸ ਟਾਈਮ। ਅੱਛਾ, ਮਤਲਬ ਇਹਨਾਂ ਦੇ ਦੂਜੇ ਵਿਆਹ ਦੀ ਜਿਹੜੀ ਨੂੰਹ ਆ, ਇਹਨਾਂ ਦੇ ਹਸਬੈਂਡ ਦੇ ਦੂਜੇ ਵਿਆਹ ਦੀ ਨੂੰਹ ਆ ਜੀ। ਓਕੇ, ਉਹਨਾਂ ਨੇ ਤੁਹਾਨੂੰ ਇਹ ਗੱਲ ਦੱਸੀ ਹੈ? ਉਹਨਾਂ ਨੇ ਦੱਸਿਆ, ਕਹਿੰਦੇ ਸਾਡੇ ਘਰਾਂ ਦੇ ਵਿੱਚ ਜਿਹੜੀਆਂ ਚਾਚੀਆਂ ਤਾਈਆਂ ਬਜ਼ੁਰਗ ਔਰਤਾਂ ਸੀ, ਉਹਨਾਂ ਨੇ ਦੱਸਿਆ ਵੀ ਮਕੰਦੇ ਨੇ ਆਪ ਤੋਰੀ ਸੀ ਭਾਣਜੇ ਦੇ ਨਾਲ। ਮਕੰਦਾ ਮਤਲਬ ਇਹਨਾਂ ਦੇ ਸਹੁਰਾ ਘਰ ਵਾਲਾ ਮਕੰਦੇ ਬਾਬੇ ਜੀ ਨੇ ਆਪ ਤੋਰੀ ਸੀ ਪਿੱਲੂ ਬਾਬੇ ਦੇ ਨਾਲ, ਜਾ ਤੂੰ ਇਹਨੂੰ ਲੈ ਜਾ। ਮਗਰੋਂ ਉਹਨਾਂ ਨੇ ਥਾਣੇ ਰਿਪੋਰਟ ਕਰਤੀ ਵੀ ਮੇਰੀ ਘਰ ਵਾਲੀ ਨੂੰ ਲੈ ਕੇ ਸਾਡਾ ਭਾਣਜਾ ਚਲਾ ਗਿਆ। ਤਾਂ ਇਹਨੇ ਜੇ ਇਦੋਂ ਬਾਅਦ ਮੈਂ ਰਾਜਪੁਰੇ ਪਿੰਡ ਪਹੁੰਚੀ ਹਾਂ ਜੀ। ਰਾਜਪੁਰੇ ਪਿੰਡ 'ਚ ਜਾ ਕੇ ਜਦੋਂ ਇਹਨਾਂ ਦਾ ਪਤਾ ਕੀਤਾ, ਜਿਹੜੇ ਪਰਿਵਾਰ ਦੇ ਵਿੱਚ ਇਹਨਾਂ ਦੀ ਨਣਦ ਸੀ ਜੀ, ਉੱਥੇ ਉਹਦੇ ਪਰਿਵਾਰ ਨੂੰ ਮਿਲੇ, ਤਾਂ ਉਹਨਾਂ ਨੇ ਗੱਲਾਂ ਦੱਸੀਆਂ ਵੀ ਸਾਡੀ ਜਿਹੜੀ ਮਾਤਾ ਸੀ ਨਾ, ਉਹ ਦੱਸਦੀ ਹੁੰਦੀ ਸੀ ਵੀ ਮੇਰੀ ਭਰਜਾਈ ਇੰਨੀ ਗੁਣੀ ਸੀ ਤੇ ਇੰਨੀ ਸਚਿਆਰੀ ਸੀ, ਪਰ ਮੇਰੇ ਭਰਾ ਦੇ ਵਿੱਚ ਹੀ ਕਮੀਆਂ ਸੀ। ਸ਼ਰਾਬ ਪੀ ਕੇ ਇਹਨੂੰ ਕੁੱਟਦਾ ਮਾਰਦਾ ਸੀ, ਖਾਣ ਨੂੰ ਰੋਟੀ ਨਹੀਂ ਦਿੰਦੇ ਸੀ। ਇਹ ਬਿਲਕੁਲ ਸਚਾਈ ਸੀ ਜੀ ਇਸ ਗੱਲ ਦੀ, ਵੀ ਰੋਟੀ ਮੂਹਰੋਂ ਚੱਕ ਲੈਂਦੇ ਸੀ ਇਹਦੇ ਜਦੋਂ ਰੋਟੀ ਖਾਣ ਬਹਿੰਦੀ ਸੀ ਇਹ। ਤਾਂ ਇਹ ਗੱਲਾਂ ਮੈਨੂੰ ਬੀਬੀ ਨੇ ਖੁਦ ਵੀ ਦੱਸੀਆਂ ਜਦੋਂ ਅਸੀਂ ਪਹਿਲੀ ਵਾਰ ਇਹਨਾਂ ਨੂੰ ਮਿਲੇ ਹਾਂ। ਕਹਿੰਦੇ ਐਵੇਂ ਕਿਸੇ ਦੇ ਮੱਥੇ ਕਲੰਕ ਲਾਉਣ ਨੂੰ ਜੀ ਨਹੀਂ ਕਰਦਾ, ਭੁੱਖੀ ਮਰਦੀ ਨਿਕਲੀ ਸੀ। ਤੇ ਗੱਲ ਵੀ ਕਰਦੇ ਵਿੱਚ ਕਹਿੰਦੇ ਮੇਰੇ ਕੋਲ ਛੱਜ ਟੂਮਾਂ ਦਾ ਤੇ 7 ਫੁੱਟਾ ਸੰਦੂਕ ਸੀਗਾ, ਤੇ ਇਕੱਲੀ ਜਾਨ ਦੀ ਜਾਨ ਲੈ ਕੇ ਨਿਕਲੀ ਸੀ ਆਂਦੀ, ਉਹ ਵੀ ਭੁੱਖੀ ਮਰਦੀ ਮੈਂ। ਤਾਂ ਇਹ ਸੀ ਜੀ ਗੱਲਾਂ ਬਾਤਾਂ ਇਹਨਾਂ ਦੀਆਂ। ਇਦੋਂ ਬਾਅਦ ਜਦੋਂ ਰਾਜਪੁਰੇ ਪਿੰਡ ਦੇ ਵਿੱਚ ਪਿੱਲੂ ਬਾਬੇ ਦੇ ਉੱਤੇ ਪੁਲਿਸ ਨੂੰ ਲੈ ਆਂਦਾ ਗਿਆ, ਇਹਨਾਂ ਨੂੰ ਲੁਕੋ ਕੇ ਰੱਖਿਆ ਗਿਆ। ਪਹਿਲਾਂ ਤਾਂ ਇਹਨਾਂ ਦੀ ਜਿਹੜੀ ਨਨਾਣ ਸੀ ਜੀ, ਉਹ ਪੜਛੱਤੇ ਹੁੰਦੇ ਸੀ ਪਿੰਡਾਂ 'ਚ ਅੱਗੇ, ਕੱਚੇ ਘਰਾਂ ਦੇ ਵਿੱਚ, ਉੱਥੇ ਇਹਨਾਂ ਨੂੰ ਲੁਕੋ ਕੇ ਰੱਖਿਆ। ਇਹਨਾਂ ਦੇ ਘਰ ਵਾਲਾ ਕਹਿੰਦੇ ਤਲਵਾਰ ਲੈ ਕੇ ਚਲਾ ਗਿਆ ਸੀ ਉੱਥੇ, ਵੀ ਮੈਂ ਮਾਰੂੰਗਾ, ਜਾਂ ਤੁਹਾਡੇ ਬੇਟੇ ਨੂੰ ਮਾਰੂੰਗਾ, ਜਾਂ ਬੀਬੀ ਨੂੰ ਕਹਿੰਦੇ ਸੀ ਵੀ ਇਹਨੂੰ ਮਾਰੂੰਗਾ ਮੈਂ। ਤੇ ਕਹਿੰਦੇ ਮੈਂ ਇਹਨਾਂ ਨੂੰ ਲੁਕੋ ਕੇ ਰੱਖਿਆ, ਖਾਣਾ ਪਾਣੀਆਂ ਜਿਹੜਾ ਉਹ ਪਰਛੱਤੇ ਦੇ ਵਿੱਚ ਹੀ ਮੈਂ ਇਹਨਾਂ ਨੂੰ ਦਿੰਦੀ ਸੀ। ਉਸ ਤੋਂ ਬਾਅਦ ਇਹਨਾਂ ਨੂੰ ਕਿਸੇ ਹੋਰ ਆਪਣੇ ਜਾਣ ਪਹਿਚਾਣ ਜਿਹੜੇ ਵਾਲੇ ਸੀਗੇ, ਉਹਨਾਂ ਦੇ ਘਰੇ ਇਹਨਾਂ ਨੂੰ ਰੱਖਿਆ ਗਿਆ। ਫਿਰ ਪਤਾ ਨਹੀਂ ਉਦੋਂ ਬਾਅਦ ਦੀਆਂ ਕਹਾਣੀਆਂ ਉਹਨਾਂ ਨੂੰ ਵੀ ਨਹੀਂ ਪਤਾ ਸੀ ਵੀ ਕੀ ਹੋਇਆ ਜਾਂ ਕੀ ਨਹੀਂ ਹੋਇਆ। ਇਹ ਬਾਅਦ ਦੇ ਵਿੱਚ ਸਾਰੀਆਂ ਕਹਾਣੀਆਂ ਪਤਾ ਲੱਗਦੀਆਂ। ਪਿੰਡ ਦੇ ਵਿੱਚ ਜਦੋਂ ਬਜ਼ੁਰਗਾਂ ਨੂੰ ਮਿਲੇ ਅਸੀਂ, ਉਦੋਂ ਪਤਾ ਲੱਗਦਾ ਜੀ ਵੀ ਜਿਹੜਾ ਇਹਨਾਂ ਦੇ ਘਰ ਵਾਲਾ ਸੀਗਾ, ਉਹਨੇ ਪੁਲਿਸ ਨੂੰ ਦੱਸਤਾ ਸੀ, ਤੇ ਪੁਲਿਸ ਫੜ ਕੇ ਲੈ ਗਈ ਸੀ ਇਹਨਾਂ ਨੂੰ ਵੀ, ਤੇ ਬਾਬੇ ਮਕੰਦੇ ਜਿਹੜਾ ਪਿੱਲੂ ਸੀ ਇਹਨਾਂ ਦਾ ਭਾਣਜਾ ਸੀ, ਉਹਨਾਂ ਨੂੰ ਵੀ ਲੈ ਗਈ ਸੀ ਜੀ। ਜਦੋਂ ਪੁਲਿਸ ਨੇ ਫੜ ਲਿਆ ਤਾਂ ਉੱਥੇ ਇਹਨਾਂ ਦੇ ਫਾਦਰ ਸਾਹਿਬ ਨੂੰ ਬੁਲਾਇਆ ਗਿਆ ਸੀਗਾ ਵੀ ਤੁਸੀਂ ਆਪਣੀ ਬੇਟੀ ਨੂੰ ਲੈ ਜਾਓ। ਜਦੋਂ ਇਹਨਾਂ ਨੂੰ ਕਿਹਾ ਵੀ ਜੀਤੋ, ਇਹਨਾਂ ਦੇ ਪਾਪਾ ਨੇ ਕਿਹਾ ਵੀ ਚੱਲ ਜਿਹੜੀ ਗੱਲ ਹੋਣੀ ਸੀ ਹੋ ਗਈ, ਤੂੰ ਚੱਲ ਘਰੇ। ਤਾਂ ਇਹਨਾਂ ਨੇ ਕਿਹਾ, ਕਹਿੰਦੀ ਬਾਪੂ ਮੈਂ ਤਾਂ ਕਹਿੰਦੀ ਚਾਰੇ ਪੱਲੇ ਬੋਝ ਕੇ ਰੱਖੇ ਸੀ, ਅੱਜ ਤੱਕ ਕਿਸੇ ਤੋਂ ਉਹ ਨਹੀਂ ਅਖਵਾਈ। ਕਹਿੰਦੀ ਹੁਣ ਮੈਨੂੰ ਲੋਕ ਕਹਿਣਗੇ ਮੇਰੇ ਮੱਥੇ ਕਲੰਕ ਲੱਗ ਗਿਆ ਵੀ ਉਹ ਫਿਰਦੀ ਆ ਨਿਕਲੀ ਉਦਲੀ, ਤੇ ਬਾਪੂ ਹੁਣ ਮੈਂ ਤੇਰੇ ਨਾਲ ਨਹੀਂ ਜਾਣਾ ਅੱਜ ਤੋਂ ਵੱਧ। ਕਹਿੰਦੀ ਤੂੰ ਮੇਰਾ ਬਾਪੂ ਨਹੀਂ ਤੇ ਮੈਂ ਤੇਰੀ ਧੀ ਨਹੀਂ। ਕਹਿੰਦੀ ਹੁਣ ਮੇਰੇ ਮੱਥੇ ਕਲੰਕ ਲੱਗ ਗਿਆ। ਤਾਂ ਫਿਰ ਪਿੰਡ ਦੇ ਵਿੱਚੋਂ ਹੀ ਦੱਸਿਆ ਗਿਆ ਜੀ, ਜਿਹੜਾ ਇਹਨਾਂ ਦਾ ਨੰਦੋਈਆ ਸੀ ਭਾਗ ਸਿਉਂ, ਉਹਨਾਂ ਨੇ ਕੋਟਕਪੂਰੇ ਇਹਨਾਂ ਨੂੰ ਵਿਆਹ ਕੇ ਤੋਰਿਆ ਸੀ ਦੌਲਤਪੁਰੇ ਪਿੰਡ ਦੇ ਵਿੱਚ। ਇਹਨਾਂ ਦੀ ਉਮਰ ਇਹ 20-21 ਸਾਲ ਦੇ ਸੀ, ਤੇ ਇਹਨਾਂ ਦੇ ਘਰ ਵਾਲੇ ਦੀ ਉਮਰ ਜ਼ਿਆਦਾ ਸੀ, 40-45 ਸਾਲ ਸੀ ਜੀ। ਤਾਂ ਹੋ ਸਕਦਾ ਉਸ ਵਿਆਹ ਦੇ ਵਿੱਚ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਸੀਗੇ, ਮੇਰੇ ਦਾਦੀ ਦੇ ਪਿਤਾ ਜੀ ਸੀ, ਉਹ ਵੀ ਆਏ ਸੀ, ਕਿਉਂਕਿ ਇਹ ਗੱਲਾਂ ਬਾਤਾਂ ਕਹਾਣੀ ਨਾਲ ਜੁੜਦੀ ਆ। ਉਹ ਕੋਟਕਪੂਰੇ ਆਏ ਵੀ ਸੀ, 4-5 ਦਿਨ ਰਹਿਣ ਲਈ ਆਏ ਸੀਗੇ। ਤਾਂ ਉੱਥੋਂ ਫਿਰ ਇਹਨਾਂ ਨੇ ਪਿੰਡ ਜਾਣ ਤੋਂ ਮਨਾ ਕਰਤਾ ਸੀ, ਤੇ ਫਾਦਰ ਸਾਹਿਬ ਵੀ ਇਹਨਾਂ ਦੇ ਵਿੱਚ ਹੀ ਸੀ। ਇਹ ਸਾਨੂੰ ਦੌਲਤਪੁਰੇ ਦੇ ਵਿੱਚ ਜਿਹੜੇ ਇਹਨਾਂ ਦੇ ਘਰੇ ਸੀਰੀ ਰਲੇ ਹੋਏ ਸੀਗੇ, ਉਹਨਾਂ ਨੇ ਦੱਸਿਆ। ਉਹ ਕਹਿੰਦਾ ਮੈਂ ਖੁਦ ਵੀ ਬਰਾਤ ਗਿਆ ਸੀ, ਗੁਰਦੁਆਰਾ ਸਾਹਿਬ ਦੇ ਵਿੱਚ ਆਨੰਦ ਦੇ ਕੇ ਤੋਰਿਆ ਗਿਆ ਸੀਗਾ ਇਹਨਾਂ ਨੂੰ।
ਤਾਂ ਜਦੋਂ ਹੁਣ ਗੱਲਾਂ ਕਰਦੇ ਸੀ ਉਹਨਾਂ ਨੂੰ ਪੁੱਛਦੇ ਸੀ, ਮੇਰੇ ਪਾਪਾ ਵੀ ਪੁੱਛਦੇ ਸੀ ਵੀ ਨਾਨਾ ਵੀ ਸਾਨੂੰ ਮਾਸੀ ਦੱਸ ਦੇ ਕਿੱਥੇ ਆ ਜੀਤੋ, ਆ ਤੁਸੀਂ ਕੀ ਲੈਣਾ, ਮੌਜ ਕਰਦੀ ਆ, ਬਥੇਰੇ ਤਕੜੇ ਘਰੇ ਆ, ਇੰਨੀ ਗੱਲ ਕਹਿ ਕੇ ਮਤਲਬ ਸਾਰ ਦਿੰਦੇ ਸੀ। ਪਰ ਉਹਨਾਂ ਨੇ ਕਦੇ ਕਿਸੇ ਨੂੰ ਨਹੀਂ ਦੱਸਿਆ ਸੀ ਵੀ ਜੀਤੋ ਬੇਬੇ ਹੈ ਕਿੱਥੇ। ਦਾਦੀ ਜੀ ਵਰਗਿਆਂ ਨੇ ਬਹੁਤ ਕੋਸ਼ਿਸ਼ ਕੀਤੀ। ਦਾਦੀ ਜੀ ਕਹਿੰਦੇ ਮੇਰੀ ਵੀ ਮੰਮੀ ਸੀ ਜਿਹੜੇ ਉਹਨਾਂ ਦੇ ਮਾਤਾ ਜੀ ਸੀ, ਸਾਰੀ ਉਮਰ ਰੋਂਦੇ ਰਹੇ ਵੀ ਇੱਕ ਵਾਰ ਮੇਰੀ ਧੀ ਮਿਲਾ ਦੇ ਤੂੰ, ਹੈ ਨਾ। ਪਰ ਉਹਨਾਂ ਨੇ ਗੱਲ ਨਹੀਂ ਸੁਣੀ ਤੇ ਨਾ ਹੀ ਕਿਸੇ ਨੂੰ ਇਹ ਦੱਸਿਆ ਵੀ ਜੀਤੋ ਬੇਬੇ ਕਿੱਥੇ ਗਈ। ਇਸ ਗੱਲ ਦਾ ਸਿਰਫ ਭਾਗ ਸਿਉਂ ਨੂੰ ਤੇ ਇਹ ਬੀਬੀ ਦੇ ਪਿਤਾ ਨੂੰ ਹੀ ਪਤਾ ਸੀਗਾ ਵੀ ਜੀਤੋ ਬੇਬੇ ਕਿੱਥੇ ਗਈ ਆ, ਹੋਰ ਕਿਸੇ ਨੂੰ ਨਹੀਂ ਪਤਾ ਸੀ ਜੀ। ਤਾਂ ਕਰਕੇ ਇਹਨਾਂ ਨੂੰ ਲੱਭਣ ਦੇ ਵਿੱਚ ਬੜੀ ਪਰੇਸ਼ਾਨੀ ਆਈ। ਲੱਭਿਆ ਇਹਨਾਂ ਨੂੰ ਮੈਂ ਪਿੰਡ ਦੇ ਲੋਕ ਜਿਨ੍ਹਾਂ ਨੂੰ ਕਦੇ ਕਤਾਈ ਇਹ ਮਿਲੀ ਸੀ, ਪਿੰਡ 'ਚ ਆ ਕੇ ਗੱਲਾਂ ਕਰਦੇ ਸੀ, ਉਹਨਾਂ ਦੇ ਜ਼ਰੀਏ ਲੱਭਣ ਦੀ ਕੋਸ਼ਿਸ਼ ਕੀਤੀ ਗਈ। ਕਿਸੇ ਨੇ ਕਿਹਾ ਸੀ ਜੀ ਇਹ ਬਾਵਲ ਵਾਸੀਆਂ ਪਿੰਡ ਦੇ ਵਿੱਚ ਮਿਲੀ ਸੀ, ਖੇਤ ਰੋਟੀ ਲੈ ਕੇ ਜਾਂਦੀ ਹੋਈ ਮਿਲੀ ਸੀ। ਇੱਕ ਵਾਰ ਕੋਈ ਵਪਾਰੀ ਸੀ ਜੀ, ਨਗੌਰ ਤੋਂ ਬਲਦ ਲੈ ਕੇ ਆਉਂਦਾ ਸੀ, ਉਹ ਜੀਤੋ ਬੀਬੀ ਦੇ ਘਰ ਨਾ ਪਾਣੀ ਪੀਣ ਲਈ ਰੁਕਿਆ ਸੀ। ਜਦੋਂ ਅੱਗੋਂ ਬੀਬੀ ਪਾਣੀ ਲੈ ਕੇ ਆਈ ਨਾ ਤਾਂ ਫਿਰ ਉਹਨੇ ਕਿਹਾ, ਉਹ ਅਸਲ ਦੇ ਵਿੱਚ ਨਾ ਜਿਹੜਾ ਵੱਡਾ ਭਾਈ ਸੀ ਉਹਦੇ ਤੋਂ ਡਰਦੇ ਸੀ ਜੀ। ਜਿਵੇਂ ਆਪਣੇ ਸਮਾਜ ਦੀ ਆਦਤ ਆ ਜੀ ਵੀ ਸਾਡੇ ਮੱਥੇ ਸਾਡੀ ਕੁੜੀ ਕਲੰਕ ਲਾ ਗਈ, ਇਹ ਨਹੀਂ ਦੇਖਿਆ ਗਿਆ ਵੀ ਇਹਨੂੰ ਪ੍ਰੋਬਲਮ ਕੀ ਸੀ, ਕਿੰਨੀਆਂ ਸਮੱਸਿਆਵਾਂ ਸੀ ਇਹਦੇ ਸਾਹਮਣੇ, ਇਹ ਕਿਸੇ ਨੇ ਨਹੀਂ ਦੇਖਿਆ। ਤੇ ਭਾਈ ਨੇ ਬਿਨਾਂ ਕਿਸੇ ਸੱਚਾਈ ਦੇ ਜਾਣੇ ਪਹਿਚਾਣੇ ਇਹ ਕਹਿਤਾ ਸੀ ਵੀ ਉਹਨੂੰ ਤੁਸੀਂ ਲੱਭਣਾ ਨਹੀਂ, ਜੇ ਉਹਨੂੰ ਲੱਭ ਲਿਆ ਤਾਂ ਮੈਂ ਮਰ ਜਾਊਂਗਾ। ਇਹਨਾਂ ਦੇ ਭਰਾ ਨੇ ਐਂ ਕਹਿਤਾ ਸੀ। ਹਾਂਜੀ। ਤਾਂ ਬੀਬੀ ਵਰਗੀਆਂ ਨੇ ਵੀ ਅੰਦਰ ਖਾਤੇ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਵੀ ਕਿਹਾ ਗਿਆ ਸੀਗਾ ਵੀ ਜਾਂ ਤਾਂ ਤੁਸੀਂ ਜੀਤੋ ਲੱਭ ਲਓ ਜਾਂ ਤੁਸੀਂ ਮੇਰੇ ਨਾਲ ਵਰਤ ਲਿਓ। ਉਹੀ ਗੱਲ ਵੀ ਭਰਾਵਾਂ ਨਾਲ ਵਰਤਨ ਦਾ ਭੈਣਾਂ ਨੂੰ ਹੁੰਦਾ, ਪੇਕਿਆਂ ਦਾ ਹੁੰਦਾ। ਤਾਂ ਉਹਨਾਂ ਨੇ ਲੱਭਿਆ ਬਹੁਤ ਸੀ, ਅੰਦਰ ਖਾਤੇ ਲੱਭਿਆ ਸੀ, ਸ਼ਰੇਆਮ ਨਹੀਂ ਕਿਸੇ ਨੇ ਲੱਭਣ ਦੀ ਕੋਸ਼ਿਸ਼ ਕੀਤੀ ਸੀ ਜੀ। ਹੁਣ ਇਹ ਜਦੋਂ ਤੁਹਾਨੂੰ ਪਹਿਲੀ ਵਾਰ ਮਿਲੇ ਹੈ ਨਾ, ਤੁਸੀਂ ਲੱਭ ਕੇ ਇਹਨਾਂ ਕੋਲੇ ਜਦੋਂ ਪਹਿਲੀ ਵਾਰ ਗਏ ਤਾਂ ਕੀ ਤੁਸੀਂ ਇਹਨਾਂ ਨੂੰ ਕਿਹਾ? ਤੁਹਾਨੂੰ ਤਾਂ ਪਛਾਣਦੇ ਨਹੀਂ ਹੋਣੇ ਕਿਉਂਕਿ ਤੁਸੀਂ ਤਾਂ ਬਹੁਤ ਸ਼ਾਇਦ ਉਦੋਂ ਹੈ ਵੀ ਨਹੀਂ ਸੀ, ਹੈ ਨਾ। ਅਤੇ ਤੁਸੀਂ ਇਹਨਾਂ ਨੂੰ ਕੀ ਦੱਸਿਆ? ਹੁਣ ਤੁਹਾਨੂੰ ਕਿਵੇਂ ਪਛਾਣਦੇ ਆ ਇਹ? ਫਿਰ ਤੁਸੀਂ ਮਤਲਬ ਉੱਥੋਂ ਇਹਨਾਂ ਨੂੰ ਇੱਥੇ ਇਹਨਾਂ ਦੀ ਬੇਟੀ ਕੋਲੇ ਲੈ ਕੇ ਆਏ ਹੋ ਤਾਂ ਕਿਵੇਂ ਇਹਨਾਂ ਨੇ ਮਤਲਬ ਗੱਲਬਾਤ ਆਪਦੀ ਪੁਰਾਣੀ ਕੀਤੀ ਸਾਂਝੀ ਤੁਹਾਡੇ ਨਾਲ? ਹਾਂਜੀ, ਬਹੁਤ ਗੱਲਾਂ ਕੀਤੀਆਂ। ਪਹਿਲਾਂ ਤਾਂ ਬੀਬੀ ਨੂੰ ਬੜਾ ਗੁੱਸਾ ਸੀਗਾ ਜਦੋਂ ਬੀਬੀ ਵਰਗੀਆਂ ਆਈਆਂ, ਹੈ ਨਾ। ਨੈਚੁਰਲੀ ਆ ਜੀ, ਸਾਰੇ ਮਤਲਬ ਇਮੋਸ਼ਨਲ ਹੋ ਜਾਂਦੇ ਆ, ਰੋ ਰਹੇ ਸੀਗੇ। ਤਾਂ ਬੀਬੀ ਨੂੰ ਬੜੀ ਮਤਲਬ ਐਵੇਂ ਗੁੱਸੇ ਦੇ ਵਿੱਚ ਸੀ, ਕਹਿੰਦੇ ਹੁਣ ਕੀ ਲੈਣ ਆਈਆਂ ਤੁਸੀਂ, ਇੰਨੇ ਸਾਲ ਨਹੀਂ ਮੈਨੂੰ ਲੱਭਿਆ, ਹੁਣ ਕੀ ਲੈਣ ਆਈਆਂ? ਮੈਂ ਆਖਿਆ ਬੀਬੀ ਇਹਨਾਂ ਨੇ ਤਾਂ ਬਹੁਤ ਲੱਭਿਆ, ਇਹਨਾਂ ਨੂੰ ਪਤਾ ਹੀ ਨਹੀਂ ਸੀ ਤੂੰ ਕਿੱਥੇ ਆ, ਵੀ ਕਿਵੇਂ ਲੱਭਦੀ ਆ, ਤੈਨੂੰ ਤਾਂ ਪਤਾ ਸੀਗਾ ਵੀ ਮੇਰੇ ਪੇਕੇ ਕਿੱਥੇ ਆ, ਤੂੰ ਕਿਉਂ ਨਾ ਆਈ? ਤਾਂ ਮੈਨੂੰ ਕਹਿੰਦੀ ਜਦੋਂ ਮੈਨੂੰ ਦੇਸ਼ ਨਿਕਾਲਾ ਮਿਲ ਗਿਆ ਸੀ ਫਿਰ ਮੈਂ ਕਿਵੇਂ ਆਉਂਦੀ, ਬੇਸ਼ਰਮ ਹੁੰਦਾ ਕਹਿੰਦੀ ਉਹ ਬੰਦਾ ਜਿਹੜਾ ਦੇਸ਼ ਨਿਕਾਲਾ ਦਿੱਤੇ ਤੋਂ ਮੁੜ ਕੇ ਵਾਪਸ ਜਾਵੇ। ਤਾਂ ਫਿਰ ਵਿੱਚ ਅਸੀਂ ਇਹਨਾਂ ਨੂੰ ਪੁੱਛਿਆ ਵੀ ਤੈਨੂੰ ਯਾਦ ਨਹੀਂ ਆਉਂਦੀ ਸੀ? ਤਾਂ ਬੀਬੀ ਨੇ ਕਿਹਾ, ਪਹਿਲਾਂ ਤਾਂ ਕਹਿੰਦੀ ਨਹੀਂ ਮੈਂ ਨਹੀਂ ਕਿਸੇ ਨੂੰ ਯਾਦ ਕੀਤਾ ਕਦੇ। ਤਾਂ ਜਦੋਂ ਫਿਰ ਇਹਨਾਂ ਨੇ ਆਪਦੇ ਪਰਿਵਾਰ ਬਾਰੇ ਪੁੱਛਿਆ, ਕਹਿੰਦੀ ਮੇਰਾ ਬੱਗਾ ਬਾਈ ਕਿਵੇਂ ਆ? ਅਸੀਂ ਇਹਨਾਂ ਨੂੰ ਦੱਸਿਆ ਵੀ ਉਹਦੇ ਪਰਿਵਾਰ ਦੇ ਨਾ ਸਾਰੇ ਮੈਂਬਰਾਂ ਦੀ ਡੈਥ ਹੋ ਗਈ, ਉਹਦੇ ਬੇਟੇ ਦੀ, ਉਹਦੀਆਂ ਬੇਟੀਆਂ ਦੀ, ਇਕੱਲੀ ਇੱਕ ਹੀ ਬੇਟੀ ਜਿਉਂਦੀ ਆ ਅਤੇ ਬੱਗੇ ਦੇ ਘਰ ਵਾਲੀ ਇਹਨਾਂ ਦੀ ਭਰਜਾਈ ਜਿਉਂਦੀ ਆ। ਤਾਂ ਫਿਰ ਰੋਂਦੀ ਆ ਉੱਚੀ ਉੱਚੀ, ਫਿਰ ਪਿਗਲੀ ਜੀ ਫਿਰ ਰੋਣ ਲੱਗ ਪਈ। ਕਹਿੰਦੀ ਬੱਗਿਆ ਤੂੰ ਇੰਨੇ ਮਰੇ ਜਰ ਲੈ, ਤੂੰ ਮੈਨੂੰ ਜਿਉਂਦੀ ਨੂੰ ਜਰ ਲੈਂਦਾ। ਮਤਲਬ ਬਹੁਤ ਸੀ ਜੀ, ਹੈ ਨਾ, ਗੱਲਾਂ ਬਾਤਾਂ। ਜਿਹੜੇ ਭਰਾ ਨੇ ਘਰੇ ਵੜਨ ਤੋਂ ਹੀ ਮਨਾ ਕਰਤਾ ਸੀ, ਲੱਭਣ ਤੋਂ ਹੀ ਮਨਾ ਕਰਤਾ ਸੀ, ਉਹ ਭਰਾ ਦਾ ਜਿਹੜਾ ਜੀ ਉਹਨਾਂ ਨੂੰ ਯਾਦ ਕਰਕੇ ਰੋਏ ਇਹ। ਤਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਸੀ, ਆਪਣੀ ਬੀਬੀ ਨੂੰ, ਮੰਮੀ ਨੂੰ, ਪਾਪਾ ਨੂੰ ਯਾਦ ਕੀਤਾ। ਇਹਨਾਂ ਨੇ ਪੁੱਛਿਆ, ਇਹਨਾਂ ਦੀ ਨਾ ਮਤਲਬ ਯਾਦ ਸ਼ਕਤੀ ਉੱਥੇ ਹੀ ਹਜੇ ਅੜੀ ਪਈ ਸੀ। ਇਹਨਾਂ ਨੇ ਪੁੱਛਿਆ ਜੀਤੋ ਬੇਬੇ ਨੇ ਪੁੱਛਿਆ ਮਰੋ ਵਿਆਹਤੀ, ਸੀਤੋ ਵਿਆਹਤੀ, ਕੁੜੀਆਂ ਵਿਆਹਤੀਆਂ? ਪਹਿਲਾਂ ਗੁੱਸੇ 'ਚ ਪੁੱਛਦੀ ਆ ਬੁੜਾ ਬੁੜੀ ਦਾ ਕੀ ਹਾਲ ਆ? ਤੇ ਮੇਰੀ ਦਾਦੀ ਪੁੱਛਦੀ ਆ ਤੂੰ ਬੀਬੀ ਦੀ ਗੱਲ ਕਰਦੀ ਆ? ਹਾਂ। ਤੇ ਬੀਬੀ ਕਹਿੰਦੀ ਨਾ ਵੀ ਉਹ ਤਾਂ ਮਰ ਗਏ। ਕੁੜੇ ਕੀ ਹੋ ਗਿਆ ਮੇਰੀ ਮਾਂ ਨੂੰ? ਬੀਬੀ ਨੇ ਕਿਹਾ ਉਹ ਕਹਿੰਦੇ ਵੀ ਵੱਡੀ ਉਮਰ ਦੇ ਸੀ, ਉਹ ਮਰ ਗਏ ਹੁਣ ਤਾਂ ਕਰਕੇ। ਤੇ ਫਿਰ ਬੜਾ ਰੋਏ ਇਹ, ਹਾਏ ਮੇਰਾ ਬਾਪੂ ਵੀ, ਮੇਰੇ ਪੇਕਿਆਂ ਦੇ ਘਰੇ ਤਾਂ ਦੀ ਸ਼ਹਿਣੇ ਦਾ ਮੇਲਾ ਲੱਗਦਾ ਸੀ, ਕੀ ਹੋ ਗਿਆ ਮੇਰੇ ਪੇਕਿਆਂ ਦੇ ਘਰ ਨੂੰ? ਹਾਂਜੀ ਕੀ ਹੋ ਗਿਆ ਮੇਰੇ ਪੇਕਿਆਂ ਦੇ ਘਰ ਨੂੰ? ਐਂ ਕਹਿ ਕੇ ਫਿਰ ਬੀਬੀ ਬਹੁਤ ਰੋਈ ਜੀ ਇਹ। ਹੁਣ ਆਪਾਂ ਆਪਣੇ ਨਾਲ ਗੱਲਬਾਤ ਕਰਨ ਦੇ ਹੈਗੇ ਨੇ ਥੋੜ੍ਹਾ ਜਿਹਾ ਸਮਝ ਇਹਨਾਂ ਦੀ। ਤੁਸੀਂ ਮੈਂ ਦੇਖਿਆ ਸੀ ਤੁਹਾਡੇ ਨਾਲ ਕਾਫੀ ਮਿਕਸਅਪ ਹੋ ਰਹੇ ਆ, ਗੱਲਾਂ ਕਰ ਰਹੇ ਆ। ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਨਾਲ ਥੋੜ੍ਹੀਆਂ ਬਹੁਤੀਆਂ ਗੱਲਾਂ ਆਪਦੀਆਂ ਪੁਰਾਣੀਆਂ ਸਾਂਝੀਆਂ ਕਰਨ। ਬੀਬੀ ਤੈਨੂੰ ਆਪਦੇ ਪੇਕਿਆਂ ਦੀ ਕਦੇ ਯਾਦ ਤਾਂ ਆਉਂਦੀ ਹੋਊਗੀ ਵੀ ਮੈਂ ਮਿਲਾਂ ਜਾ ਕੇ? ਹੈ ਨਹੀਂ, ਤੂੰ ਮੈਨੂੰ ਦੱਸ ਫਿਰ ਕਾਹਤੋਂ ਕਹਿਤਾ ਸੀ ਮੱਥੇ ਨਾਲ ਲੱਗੀ? ਜਦੋਂ ਆਪਾਂ ਘਰੋਂ ਨਿਕਲੇ ਫਿਰ ਆਪਾਂ ਕੀ ਕਰਨਾ? ਚੁੱਪ ਚਪਾਣਾ ਬੋਲਣਾ, ਉਹ ਬੜੀਆਂ ਗੱਲਾਂ ਨਾ ਛੇੜੋ। ਤੇ ਫਿਰ ਤੂੰ ਮਾਂ ਨੂੰ ਤਾਂ ਮਿਲ ਲੈਂਦੀ,
ਮਾਵਾਂ ਧੀਆਂ ਦਾ ਕਿੰਨਾ ਮੋਹ ਪਿਆਰ ਹੁੰਦਾ, ਤੂੰ ਕਿੰਨਾ ਮੋਹ ਕਰਦੀ ਆਂ ਆਪਦੀ ਧੀ ਦਾ। ਚੁੱਕਤੀ ਜਫੇ ਮਾਂ ਆ ਜਾਂਦੀ। ਮਾਂ ਤਾਂ ਤੇਰੀ ਰੋਂਦੀ ਭਾਲਦੀ ਭਟਕਦੀ ਮਰ ਗਈ ਵੀ ਮੇਰੀ ਜੀਤੋਂ ਮਿਲਾ ਦਿਓ, ਮੈਨੂੰ ਮੇਰੀ ਜੀਤੋਂ ਮਿਲਾ ਦਿਓ। ਉਹ ਮੇਰੀ ਕੀ ਵੱਡੀ ਮਰੀ ਮੇਰੀ ਭੈਣ, ਹਾਂ ਵੱਡੀ ਮਰੀ ਕੁੜੀਆਂ 4 ਛੱਡ ਕੇ, ਹਾਂ ਉਹਦੇ ਮੁੰਡਾ ਨਹੀਂ ਹੋਇਆ, ਹਾਂ ਉਹ ਹੋ ਕੇ ਨਾ ਮਰ ਗਈ। ਹੋ ਕੇ ਨਾ, ਤੇ ਜਿਹੜਾ ਕੱਲਾ ਸੀ ਮੁੰਡਾ ਹਾਂ ਉਹ ਐਡਾ ਸਿਆਣਾ ਸੀ, ਐਡਾ ਸਵਾਦ ਸੀ। ਹਾਂ ਹੁਣ ਮਾਂ ਤਾਂ ਮਰ ਗਈ ਹੈ, 2 ਧੀਆਂ, ਹਾਂ 2 ਧੀਆਂ ਤੇ ਬਗਾਨੀ ਦੀ ਕੀ ਲੱਗਦੀ। ਹਾਂ ਹੈਂ? ਹਾਂ ਫਿਰ ਮੈਂ ਕਿਹਾ ਬਸ ਤੁਸੀਂ ਮੇਰੇ ਨੇ, ਮੈਂ ਤੇਰੇ, ਆਪਾਂ ਜਵਾਬ ਹੀ ਦੇ ਦਿੱਤਾ। ਤੁਸੀਂ ਪਹਿਲਾਂ ਦੱਸ ਰਹੇ ਸੀਗੇ ਕਿ ਤੁਸੀਂ ਜੀਤੋ ਬੇਬੇ ਨੂੰ ਲੋਕਡਾਊਨ ਦੇ ਚਲਦਿਆਂ ਹੀ ਲੱਭਿਆ ਹਨਾ। ਇਹ ਸਮੇਂ ਦੇ ਦੌਰਾਨ ਹੀ ਇੱਕ ਇਹੋ ਜਿਹੇ ਇਨਸਾਨ ਨੂੰ ਲੱਭਣਾ ਜਿਹੜਾ ਬਹੁਤ ਸਾਲਾਂ ਤੱਕ ਗਵਾ ਚੁੱਕਿਆ ਹੋਵੇ, ਜਿਹਦੇ ਬਾਰੇ ਕੋਈ ਕੁਝ ਪਤਾ ਹੀ ਨਹੀਂ ਕਿ ਕਿੱਥੇ ਰਹਿੰਦਾ ਜਾਂ ਕੀ ਆ, ਉਹਦਾ ਕੋਈ ਥੋਹ ਪਤਾ ਹੀ ਨਹੀਂ, ਹਨਾ। ਬਹੁਤ ਮੁਸ਼ਕਿਲ ਆਈ ਹੋਣੀ ਆ ਤੁਹਾਨੂੰ ਇਹਦੇ ਵਿੱਚ। ਤੁਹਾਡੀ ਆਪਣੀ ਫੈਮਿਲੀ ਆ ਨਾ, ਤੁਹਾਡੀ ਫੈਮਿਲੀ ਨੇ ਇਹਦੇ ਵਿੱਚ ਕਿੰਨਾ ਸਪੋਰਟ ਕੀਤਾ? ਕੀ ਮੁਸ਼ਕਿਲ ਆਈਆਂ ਤੁਹਾਨੂੰ ਇਹਨਾਂ ਨੂੰ ਲੱਭਣ ਦੇ ਵਿੱਚ? ਜੀ, ਮੈਨੂੰ ਮੇਰੀ ਫੈਮਿਲੀ ਦਾ ਪੂਰਾ ਸਪੋਰਟ ਰਿਹਾ ਜੀ। ਖਾਸ ਤੌਰ ਤੇ ਮੇਰੇ ਹਸਬੈਂਡ ਨੇ ਮੈਨੂੰ ਪੂਰਾ ਸਪੋਰਟ ਕੀਤਾ। ਉਹਨਾਂ ਨੇ ਕੀ ਕਰਨਾ, ਗੱਡੀ ਦੇ ਦੇਣੀ, ਗੱਡੀ ਦੇ ਵਿੱਚ ਪੈਟਰੋਲ ਪਵਾ ਦੇਣਾ। ਤਾਂ ਮੇਰੀ ਦੋਸਤ ਸੀ ਜੀ ਵੀਰਪਾਲ, ਉਹਨਾਂ ਨੇ ਗੱਡੀ ਚਲਾਉਣੀ ਅਤੇ ਅਸੀਂ ਬੀਬੀ ਨੂੰ ਲੱਭਣ ਲਈ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣਾ। ਤਾਂ ਸਭ ਤੋਂ ਪਹਿਲਾਂ ਜੀ ਮੈਂ ਘਣੀਆਂ ਪਿੰਡ ਪਹਿਲਾਂ ਲੱਭਦੀ ਨੂੰ ਤਾਂ ਮੈਨੂੰ ਬੜੀ ਦੇਰ ਹੋ ਗਈ ਸੀ। ਫੇਸਬੁੱਕ 'ਤੇ ਪਿਛਲੇ 5 ਸਾਲਾਂ ਤੋਂ ਲੱਭ ਰਹੀ ਸੀ ਮੈਂ। ਵੈਸੇ ਵੀ ਜੇ ਕੋਈ ਮਿਲਦਾ ਸੀ ਤਾਂ ਪੁੱਛਦੀ ਸੀ। ਮਤਲਬ ਮੇਰੇ ਚੇਤਿਆਂ ਦੇ ਵਿੱਚ ਇੱਕ ਪਿੰਡ ਮੋਰਜੰਡ ਵਸਿਆ ਹੋਇਆ ਸੀਗਾ। ਤਾਂ ਫੇਸਬੁੱਕ ਦੇ ਉੱਤੇ ਜਿਹੜੇ ਬਹੁਤ ਵਧੀਆ ਰਾਈਟਰ ਨੇ, ਉਹਨਾਂ ਸਾਰਿਆਂ ਨਾਲ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਵੀ ਇਸ ਸਟੋਰੀ ਨੂੰ ਤੁਸੀਂ ਪਾਓ, ਹੋ ਸਕਦਾ ਜੀਤੋ ਬੇਬੇ ਦੇ ਪਰਿਵਾਰ ਤੱਕ ਪਹੁੰਚ ਜੇ ਜਾਂ ਕਿਸੇ ਨਾ ਕਿਸੇ ਜ਼ਰੀਏ ਇਹਨਾਂ ਦੀ ਉੱਗ ਸੁੱਗ ਮਿਲ ਜੇ। ਪਰ ਉੱਥੋਂ ਤਾਂ ਕੁਛ ਨਹੀਂ ਪਤਾ ਲੱਗਿਆ ਜੀ। ਫਿਰ ਮੈਂ ਘਣੀਏ ਪਿੰਡ ਤੋਂ ਹੀ ਜਦੋਂ ਦਾਦੀ ਨੂੰ ਪੁੱਛਿਆ ਮੈਂ, ਤਾਂ ਦਾਦੀ ਨੇ ਦੱਸਿਆ ਘਣੀਏ ਪਿੰਡ ਬਾਰੇ। ਉੱਥੋਂ ਲੱਭਣਾ ਸਟਾਰਟ ਕੀਤਾ। ਘਣੀਏ ਪਿੰਡ 'ਚ ਇਹਨਾਂ ਦਾ ਜਿਹੜਾ ਪੁਰਾਣਾ ਪਰਿਵਾਰ ਸੀ, ਉਹਨਾਂ ਨਾਲ ਗੱਲਬਾਤ ਕੀਤੀ। ਉਦੋਂ ਬਾਅਦ ਫਿਰ ਮੈਨੂੰ ਇਹਨਾਂ ਦੀਆਂ ਨਨਾਨਾ ਕਿੱਥੇ ਵਿਆਹੀਆਂ ਸੀ। ਘਣੀਏ ਪਿੰਡ ਤੋਂ ਅੱਗੇ ਫਿਰ ਰਾਜਪੁਰੇ ਪਿੰਡ ਦੇ ਵਿੱਚ, ਉੱਥੇ ਵੀ ਜਿਹੜੇ ਇਹਨਾਂ ਦੀਆਂ 2 ਨਨਾਨਾ ਸੀ, ਉੱਥੇ ਵੀ ਲੱਭਣਾ ਮੁਸ਼ਕਿਲ ਸੀ ਵੀ ਕਿਹੜੇ ਪਰਿਵਾਰਿਕ ਮੈਂਬਰ ਸੀ ਜਿਹੜੇ ਇਹਨਾਂ ਨੂੰ ਲੈ ਕੇ ਗਏ ਸੀ। ਫਿਰ ਉਹ ਪਤਾ ਕੀਤਾ ਜੀ। ਫਿਰ ਫੋਨ 'ਤੇ ਕਾਫੀ ਗੱਲਬਾਤ ਹੁੰਦੀ ਰਹਿੰਦੀ ਸੀ। ਫਿਰ ਅਸੀਂ ਗੱਡੀ ਲੈ ਕੇ ਲੱਭਣ ਗਏ ਪਿੰਡ ਦੇ ਵਿੱਚ। ਉਸ ਪਰਿਵਾਰ ਨੂੰ ਮਿਲੇ, ਪਿੱਲੂ ਬਾਬੇ ਦੇ ਪਰਿਵਾਰ ਨੂੰ ਮਿਲੇ। ਤਾਂ ਜਿਹੜੇ ਜਿਸ ਘਰ ਇਹਨਾਂ ਦੀਆਂ ਨਨਾਨਾ ਸੀ, ਉਸ ਪਰਿਵਾਰ ਨੂੰ ਮਿਲੇ, ਉਹਨਾਂ ਨਾਲ ਗੱਲਬਾਤ ਹੋਈ ਜੀ। ਪਰ ਉਸ ਪਰਿਵਾਰ ਨੂੰ ਕੁਛ ਨਹੀਂ ਪਤਾ ਸੀ ਵੀ ਜੀਤੋ ਬੇਬੇ ਨੂੰ ਅੱਗੇ ਕਿੱਥੇ ਤੋਰਿਆ ਗਿਆ ਹੈ। ਪਿੰਡ ਦੇ ਵਿੱਚ ਐਵੇਂ ਇੱਕ ਟੀਚਰ ਨੇ ਸਰ, ਉਹਨਾਂ ਨੇ ਬੜਾ ਸਹਿਯੋਗ ਰਿਹਾ ਮੇਰੇ ਨਾਲ। ਉਹਨਾਂ ਨੇ ਫਿਰ ਅੱਗੇ ਜਦੋਂ ਸਾਨੂੰ ਐਂ ਹੋ ਗਿਆ ਨਾ ਵੀ ਹੁਣ ਨਹੀਂ ਮਿਲਦੀ ਬੀਬੀ, ਅਸੀਂ ਵਾਪਸ ਆਉਣਾ ਸਟਾਰਟ ਕੀਤਾ ਜਦੋਂ ਪਿੰਡ ਤੋਂ। ਤਾਂ ਉਹਨਾਂ ਨੇ ਕਿਹਾ 1 ਮਿੰਟ ਰੁਕੋ, ਤੁਹਾਨੂੰ ਕਿਸੇ ਨਾਲ ਮਿਲਵਾਉਣਾ। ਤਾਂ ਅਸੀਂ ਉਹ ਖੇਤ ਦੇ ਵਿੱਚ ਪਿੱਲੂ ਬਾਬੇ ਦੇ ਕਿਸੇ ਦੋਸਤ ਕੋਲ ਲੈ ਕੇ ਗਏ। ਜਦੋਂ ਉਹਨਾਂ ਨੂੰ ਮਿਲੇ, ਉੱਥੇ ਹੀ ਫਿਰ ਇੱਕ ਅੰਕਲ ਮਿਲੇ। ਫਿਰ ਉਹਨਾਂ ਨੇ ਅਗਲੇ ਬਜ਼ੁਰਗ ਐਵੇਂ ਕਰਦੇ ਜਿਨ੍ਹਾਂ ਦੇ ਘਰੇ ਜੀਤੋ ਬੇਬੇ ਨੂੰ 1 ਮਹੀਨਾ ਰੱਖਿਆ ਗਿਆ ਸੀ, ਉਹ ਬਜ਼ੁਰਗ ਮਿਲੇ ਜੀ। ਉਹਨਾਂ ਨੇ ਦੱਸਿਆ, ਕਹਿੰਦੇ ਮੈਂ ਉਦੋਂ 16-17 ਸਾਲ ਦਾ ਸੀਗਾ। ਤਾਂ ਮੈਂ ਸੁਣਿਆ ਸੀ ਵੀ ਉਹਨਾਂ ਨੂੰ ਦੌਲਤਪੁਰੇ ਪਿੰਡ ਦੇ ਵਿੱਚ ਤੋਰ ਦਿੱਤਾ ਗਿਆ ਹੈ। ਹੁਣ ਇਹ ਉਹਨਾਂ ਨੂੰ ਵੀ ਨਹੀਂ ਪਤਾ ਸੀ ਵੀ ਦੌਲਤਪੁਰਾ ਕਿਹੜਾ ਸੀਗਾ। ਤਾਂ ਫਿਰ ਅਸੀਂ ਸਾਰੇ ਦੌਲਤਪੁਰੇ ਪਿੰਡ ਲੱਭੇ। ਪਹਿਲਾਂ ਤਾਂ ਜੀ ਵੈਸੇ ਨੇਰੇ 'ਚ ਹੀ ਦੇਖੋ ਲੱਭਦੇ ਰਹੇ। ਜਿਵੇਂ ਕਿਸੇ ਦੇ ਕਹਿਣ ਅਨੁਸਾਰ ਇਹ ਬਾਹ ਵਾਸੀਆਂ ਪਿੰਡ ਦੇ ਵਿੱਚ ਮਿਲੇ ਸੀ। ਬਾਹ ਵਾਸੀਆਂ ਪਿੰਡ ਸਾਰਾ ਲੱਭਿਆ। ਉੱਥੋਂ ਦੇ ਲੋਕਾਂ ਨੇ ਬੜਾ ਸਹਿਯੋਗ ਦਿੱਤਾ। ਪਿੰਡ ਦੀਆਂ ਸਾਰੀਆਂ ਵੋਟਾਂ ਇਕੱਠੀਆਂ ਕੀਤੀਆਂ ਪੁਰਾਣੀਆਂ। ਤਾਂ ਉਦੋਂ ਇੱਕ ਨਿਸ਼ਾਨਦੇਹੀ ਹੋਈ ਸੀ, ਸ਼ਾਇਦ ਇਹ ਜੀਤੋ ਬੇਬੇ ਆ। ਤਾਂ ਕਹਿੰਦੇ ਜੀ ਉਹਨਾਂ ਦੀ ਤਾਂ ਡੈਥ ਹੋ ਗਈ। ਅਤੇ ਮੈਨੂੰ ਪਤਾ ਉਸ ਦਿਨ ਸਾਰੀ ਰਾਤ ਨਾ ਮੈਨੂੰ ਨੀਂਦ ਨਹੀਂ ਆਈ। ਤਾਂ ਮੈਨੂੰ ਆਏ ਸੀ ਚਲੋ ਜੇ ਜੀਤੋ ਬੇਬੇ ਨਾ ਵੀ ਮਿਲੀ ਨਾ, ਉਹਦਾ ਪਰਿਵਾਰ ਜ਼ਰੂਰ ਮਿਲੂਗਾ। ਮੇਰੀ ਦਾਦੀ ਦੇ ਦਿਲ ਦੇ ਵਿੱਚ ਇੱਕ ਹੌਂਕਾ ਨਾ ਰਵੇ ਵੀ ਮੇਰੀ ਭੈਣ ਕਿਵੇਂ ਵਸਦੀ ਰਸਦੀ ਰਹੀ, ਇੱਕ ਵਾਰ ਉਹਨਾਂ ਨੂੰ ਮੈਂ ਦਿਖਾ ਜ਼ਰੂਰ ਦੇਵਾਂ। ਪਰ ਮੇਰੀ ਦਾਦੀ ਨੂੰ ਵੀ ਲੱਗਦਾ ਸੀ। ਮੇਰੀ ਦਾਦੀ ਕਹਿੰਦੇ ਨਾ ਅਸੀਂ ਬਹੁਤ ਲੱਭਿਆ ਗੁਰਵੀਰ, ਜਿਵੇਂ ਹੁੰਦਾ ਆਪਣੇ ਵੀ ਤੇਰੇ ਸਹੁਰੇ ਪਰਿਵਾਰ ਬਾਰੇ ਆ, ਤੇਰੇ ਬੱਚਾ ਏ। ਉਹ ਕਹਿੰਦੇ ਨਹੀਂ ਮੈਂ ਨਹੀਂ ਲੱਭਣਾ ਆਪਦੀ ਭੈਣ, ਤੂੰ ਘਰੇ ਮੁੜਿਆ। ਮੈਨੂੰ ਕਹਿੰਦੇ ਕਾਫੀ ਹਨੇਰਾ ਹੋ ਗਿਆ, ਸਾਨੂੰ ਹੋ ਜਾਂਦਾ ਸੀ ਜੀ ਲੱਭਦਿਆਂ ਨੂੰ। ਤਾਂ ਕਹਿੰਦੇ ਵਾਪਸ ਮੁੜਿਆ, ਨਹੀਂ ਮਿਲਣੀ, ਹੁਣ ਨਹੀਂ ਮਿਲਦੀ ਜੀਤੋ। ਅਤੇ ਮੈਂ ਕਿਹਾ ਕੋਈ ਨਾ ਬੀਬੀ ਮੈਂ ਆ ਜਾਂਦੀ ਹਾਂ। ਮੈਂ ਕਿਹਾ ਮੈਨੂੰ ਪੁੱਛ ਲੈਣ ਦਿਓ। ਫਿਰ ਅਸੀਂ ਜਿਵੇਂ ਐਵੇਂ ਪੁੱਛਦੇ ਬਾਵ ਵਾਸੀਆਂ ਪਿੰਡ। ਅਤੇ ਫਿਰ ਇੱਕ ਵਾਰ ਸਾਨੂੰ 1-2 ਪਿੰਡ ਹੋਰ ਦੱਸੇ ਗਏ ਸੀ। ਉਹਨਾਂ ਪਿੰਡਾਂ ਦੇ ਵਿੱਚ ਵੀ ਅਸੀਂ ਪਤਾ ਕੀਤਾ। ਸਾਰੇ ਕਿਤੇ ਪਤਾ ਕਰਦੇ ਜਿਵੇਂ ਇੱਕ ਇਹ ਪਿੰਡ ਦੇ ਕਿਸੇ ਜਮਾਦਾਰਨੀ ਨੂੰ ਮਿਲੀ ਸੀ ਜੀ, ਉਹ ਅਮਰੀਕਾ ਚਲੇ ਗਏ। ਉਹਨਾਂ ਦਾ ਨੰਬਰ ਲਿਆ, ਉਹ ਕਹਿੰਦੇ ਉਹਨਾਂ ਦੀ ਡੈਥ ਹੋ ਗਈ। ਮੈਂ ਕਿਹਾ ਚਲੋ ਉਹਨਾਂ ਦੇ ਬੱਚਿਆਂ ਦਾ ਨੰਬਰ ਦੇ ਦਿਓ। ਕਹਿੰਦੇ ਉਹਨਾਂ ਦੀ ਵੀ ਕਾਰ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ। ਫਿਰ ਮੈਂ ਕਿਹਾ ਜੀ ਐਂ ਦੱਸੋ ਵੀ ਇਹਨਾਂ ਦੀਆਂ ਰਿਸ਼ਤੇਦਾਰੀਆਂ ਰਾਜਸਥਾਨ ਦੇ ਕਿਹੜੇ ਪਾਸੇ ਸੀ? ਉਸ ਟਰੈਕ ਦੇ ਉੱਤੇ ਲੱਭਿਆ ਜਾਵੇ ਜਿੱਧਰ ਟ੍ਰੇਨ ਆਉਂਦੀ ਸੀ। ਤਾਂ ਜੀਤੋ ਬੇਬੇ ਖੇਤ ਨੂੰ ਰੋਟੀ ਦੇਣ ਜਾਂਦੀ ਸੀ ਅਤੇ ਮਿਲੀ ਸੀ।
ਆਈ ਇੱਕ ਵਾਰ ਕੋਈ ਟੋਕਰੇ ਬਣਾਉਣ ਆਏ ਸੀ, ਉਹਨਾਂ ਦੇ ਹੱਥ ਸੁਨੇਹਾ ਘਿਲਿਆ ਸੀ ਬੀਬੀ ਨੇ ਵੀ ਮੇਰੇ ਪੇਕਿਆਂ ਨੂੰ ਸੁਨੇਹਾ ਦਿਓ ਵੀ ਤੁਹਾਨੂੰ ਮੈਂ ਬਹੁਤ ਯਾਦ ਕਰਦੀ ਹਾਂ, ਤਾਂ ਮੈਨੂੰ ਮਿਲੋ ਇੱਕ ਵਾਰ ਆ ਕੇ। ਪਰ ਉਹਨਾਂ ਨੇ ਤਾਂ ਤੁਹਾਨੂੰ ਦੱਸਿਆ ਹੀ ਆ ਜੀ, ਲੋਕ ਦੱਸਦੇ ਸੀ, ਬੀਬੀ ਵਰਗਿਆਂ ਨੂੰ ਦੱਸ ਦਿੰਦੇ ਸੀ, ਪਰ ਇਹਨਾਂ ਦੇ ਭਾਈ ਤੋਂ ਡਰਦੇ ਮੁੜ ਕੇ ਮੁੱਕਰ ਜਾਂਦੇ ਸੀ। ਪਿੰਡ ਨਹੀਂ ਦੱਸਦੇ ਸੀ। 3-4 ਜਾਣਿਆਂ ਦੇ ਹੱਥ ਇਹਨਾਂ ਨੇ ਸੁਨੇਹਾ ਭੇਜਿਆ, ਦੱਸ ਦਿੰਦੇ ਸੀ, ਸੁਨੇਹਾ ਲਾ ਦਿੰਦੇ ਸੀ, ਪਰ ਜਦੋਂ ਲੱਭਣ ਦੀ ਗੱਲ ਹੁੰਦੀ ਸੀ ਫਿਰ ਆਲ ਮਟੋਲ ਕਰ ਦਿੰਦੇ ਸੀ ਜਾਂ ਕੋਈ ਗਲਤ ਪਿੰਡ ਦਾ ਪਤਾ ਦੇ ਦਿੰਦੇ ਸੀ। ਐਵੇਂ ਹੁੰਦਾ ਰਿਹਾ ਹੈ ਜੀ। ਜਦੋਂ ਤੁਸੀਂ ਇਹਨਾਂ ਨੂੰ ਪਹਿਲੀ ਵਾਰ ਜਾ ਕੇ ਮਿਲੇ, ਕਿਹੋ ਜਿਹੇ ਹਾਲਾਤ ਸੀਗੇ ਇਹਨਾਂ ਦੇ, ਕਿਵੇਂ ਰਹਿ ਰਹੇ ਸੀਗੇ, ਕਿੱਥੇ ਰਹਿ ਰਹੇ ਸੀਗੇ? ਕੀ ਦੱਸਾਂ ਜੀ, ਮੈਂ ਤੇ ਮੇਰੀ ਦਾਦੀ ਨਾ ਸਾਰੇ ਰਾਹ ਰੋਂਦੀਆਂ ਆਈਆਂ। ਮੇਰੀ ਦਾਦੀ ਕਹਿੰਦੀ, ਜੀਤੋ ਜੇ ਤੂੰ ਸਾਨੂੰ ਇਹੋ ਜਿਹੇ ਹਾਲਾਤਾਂ 'ਚ ਮਿਲਣਾ ਸੀ, ਇਦੋਂ ਤਾਂ ਤੂੰ ਨਾ ਹੀ ਮਿਲਦੀ। ਮਤਲਬ ਸਾਨੂੰ ਸਮਝ ਨਹੀਂ ਆ ਰਹੀ ਸੀ ਵੀ ਅਸੀਂ ਇਹਨਾਂ ਦਾ ਹੁਣ ਕੀ ਕਰੀਏ, ਕਿਸ ਤਰੀਕੇ ਨਾਲ। ਇਹਨਾਂ ਨੂੰ ਅਸੀਂ ਕਿਹਾ ਵੀ ਸਾਡੇ ਨਾਲ ਚੱਲੋ। ਅਸੀਂ ਸੋਚਿਆ ਸੀ ਜਦੋਂ ਹੀ ਸਾਨੂੰ ਜੀਤੋ ਬੇਬੇ ਮਿਲ ਗਈ ਨਾ, ਅਸੀਂ ਨਾਲ ਲੈ ਆਵਾਂਗੇ ਉਹਨਾਂ ਨੂੰ, ਪਰ ਦੇਖਿਆ ਇਹਨਾਂ ਦੇ 2 ਬੇਟੇ ਵੀ ਸੀ ਨਾਲ, ਤੇ ਉਹਨਾਂ ਦੇ ਹਾਲਾਤ ਵੀ ਬਹੁਤ ਮਾੜੇ ਸੀ। ਇੱਕ ਬੇਟਾ ਤਾਂ ਤੁਸੀਂ ਦੇਖਿਆ ਜੀ, ਹੱਥਾਂ ਦੇ ਭਾਰ ਤੁਰਦਾ ਏ, ਉਹਦੀ ਲੱਤ ਤੇ ਸੱਪ ਲੜਿਆ ਹੋਇਆ ਏ। ਦੂਸਰਾ ਜਿਹੜਾ ਇਹਨਾਂ ਦਾ ਬੇਟਾ ਏ, ਉਹਨਾਂ ਨੂੰ ਅੱਖ ਤੋਂ ਨਹੀਂ ਦਿਸਦਾ। ਤਾਂ ਘਰ ਦੇ ਹਾਲਾਤ ਬਹੁਤ ਮਾੜੇ ਸੀ ਜੀ। ਬੀਬੀ ਨੇ ਸੰਦੂਖਾਂ ਦੀਆਂ ਗੱਲਾਂ ਕੀਤੀਆਂ, ਛੱਜ ਭਰਾ ਟੂਮਾਂ ਦੀ ਗੱਲ ਕੀਤੀ, ਪਰ ਇਹਦੇ ਕਮਰੇ 'ਚ ਜਾ ਕੇ ਦੇਖੋ, ਨੀਵੀਂ ਜੀ ਛੱਤ ਆ, ਉਹ ਵੀ ਲੋਹੇ ਦੀ ਪਾਈ ਹੋਈ, ਟੁੱਟੇ ਹੋਏ ਮੰਜੇ ਸਿਰਫ 2 ਹੀ ਆ, ਤੇ ਪੈਣ ਵਾਲੇ 3 ਨੇ ਇਹ, ਤੇ ਬਿਸਤਰੇ ਵੀ 4 ਕੀ ਪਏ ਸੀ। ਮੈਨੂੰ ਕੋਈ ਇਹਨਾਂ ਦੇ ਕਮਰੇ ਦੇ ਵਿੱਚ ਕੋਈ ਬਹੁਤਾ ਖਾਣ ਪੀਣ ਦਾ ਸਮਾਨ ਨਹੀਂ ਦਿਸਿਆ। ਲਾਈਟ ਦਾ ਪ੍ਰਬੰਧ ਨਹੀਂ ਸੀ ਜੀ, ਕੋਈ ਪੱਖਾ ਨਹੀਂ ਸੀ। ਖੇਤ ਦੇ ਵਿਚਾਲੇ ਮਕਾਨ ਆ ਉਹ, ਧੁੱਪ ਦੇ ਵਿੱਚ, ਤੇ ਉਹਨੂੰ ਜਾਣ ਨੂੰ ਪਈ ਵੀ ਨਹੀਂ, ਵੱਟਾਂ ਉੱਤੋਂ ਦੀ ਲੰਘਦੇ ਆ, ਪਤਾ ਨਹੀਂ ਕਿਵੇਂ ਲੰਘਦੇ ਹੋਣਗੇ। ਪਾਣੀ ਦਾ ਵੀ ਪ੍ਰਬੰਧ ਨਹੀਂ, ਉਹ ਤੌੜੇ ਭਰ ਕੇ ਰੱਖਦੇ ਨੇ ਜੀ ਉੱਥੇ। ਤਾਂ ਇਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਦਾ ਕੀ ਬਣਿਆ, ਇਹ ਇੱਕ ਉਲਝਣ ਆ ਜੀ, ਕੁਛ ਨਹੀਂ ਪਤਾ। ਜ਼ਮੀਨ ਜਾਇਦਾਦ ਦਾ ਵੈਸੇ ਪਤਾ ਵੀ ਇਹਨਾਂ ਨੂੰ ਕਿੰਨੀ ਆਉਂਦੀ ਸੀ, ਕਿ ਕਿਹੜੇ ਪਰਿਵਾਰ ਦੇ ਵਿੱਚ ਵਿਆਹੇ ਸੀਗੇ, ਜਾਂ ਮਤਲਬ ਪਤਾ ਇਹਨਾਂ ਨੂੰ ਆਉਂਦੀ ਸੀ ਕੋਈ ਜ਼ਮੀਨ, ਜਾਂ ਕਿਹੋ ਜਿਹਾ ਪਰਿਵਾਰ ਸੀ ਇਹਨਾਂ ਦਾ? ਨਹੀਂ, ਪਰਿਵਾਰ ਤਾਂ ਦੇਖੋ ਜੀ, ਕਹਿੰਦੇ ਜਦੋਂ ਇਹਨਾਂ ਨੂੰ ਵਿਆਹਿਆ ਨਾ, ਪਰਿਵਾਰ ਬਹੁਤ ਵਧੀਆ ਸੀ ਦੌਲਤਪੁਰੇ ਦਾ। ਉਹ ਸਰਦਾਰ ਵੱਜਦੇ ਸੀ, 35 ਕਿੱਲੇ 35 ਕਿੱਲੇ ਸੀਗੇ ਉਹਨਾਂ ਕੋਲ। ਪਰ ਇਹਨਾਂ ਨੇ ਵੇਚ ਕੇ ਜਦੋਂ ਅਗਲੇ ਪਿੰਡ ਲਈ ਨਾ, ਉਹ ਸਰਕਾਰੀ ਪੈਲੀ ਸੀਗੀ, ਤਾਂ ਇਹਨਾਂ ਨੂੰ ਪੈਲੀ ਦੇ ਵਿੱਚ ਧੋਖਾ ਹੋਇਆ ਸੀਗਾ। ਤਾਂ ਉਹ ਪੈਲੀ ਸੀਗੀ ਜਿਹੜੀ ਉਹ ਸਰਕਾਰੀ ਸੀ, ਵਾਹ ਲੈਂਦੇ ਸੀ, ਬੀਜ ਲੈਂਦੇ ਸੀ, ਤੇ ਸਰਕਾਰ ਕੱਟ ਕੇ ਲੈ ਜਾਂਦੀ ਸੀ, ਤੇ ਪਲੰਟੀ ਪੈ ਜਾਂਦੀ ਸੀ। ਉਦੋਂ ਬਾਅਦ ਹੁੰਦੇ ਹਵਾਉਂਦੇ ਜੀ ਇਹਨਾਂ ਨੇ ਕਰਨੀ ਸਰ 12 ਕਿੱਲੇ ਜ਼ਮੀਨ ਦੇ ਸੀਗੇ। ਉਸ ਜ਼ਮੀਨ ਦਾ ਕੀ ਬਣਿਆ? ਜੇ ਇਹਨਾਂ ਨੇ ਵੇਚੀ ਆ ਤਾਂ ਉਹ ਕਿੱਧਰ ਗਏ ਸਾਰੇ ਪੈਸੇ? 3 ਜੀ ਨੇ, ਮੈਨੂੰ ਪਤਾ ਸੀ ਫਰੂਟ ਲੈ ਕੇ ਗਏ। ਆ ਜਿਹੜੇ ਵੱਡੇ ਚਾਚਾ ਜੀ ਨੇ ਨਾ, ਛੋਟੇ, ਮੈਨੂੰ ਕਹਿੰਦੇ ਭੈਣੇ ਮੈਨੂੰ ਕੇਲਾ ਦੇ ਦੇ। ਮੈਂ ਕਿਹਾ ਲੈ ਤੁਸੀਂ ਖਾ ਲਓ। ਤੇ ਐਂ ਜਿਵੇਂ ਅੰਦਰ ਭੁੱਖ ਵਸੀ ਹੁੰਦੀ ਆ, ਭੁੱਖੜਾਂ ਵਾਂਗੂ ਉਹਨਾਂ ਨੇ ਖਾਣਾ ਖਾਧਾ, ਤੇ ਮੈਂ ਰੋਕ ਨਹੀਂ ਪਾਈ। ਉਹ ਜਿਹੜਾ ਸੀਨ ਸੀ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ, ਜਿਵੇਂ ਭੁੱਖ ਨਾ ਮਰੇ ਪਏ ਸੀ ਉਹ। ਮੈਨੂੰ ਐਂ ਲੱਗਿਆ ਵੀ ਇਹਨਾਂ ਨੂੰ ਰੱਜਵੀਂ ਰੋਟੀ ਵੀ ਨਹੀਂ ਮਿਲਦੀ। ਆਪਾਂ ਚਲੋ ਪਰਿਵਾਰ ਆਪਣੇ ਸਭ ਦੇ ਹੁੰਦੇ ਨੇ, ਫਿਰ ਵੀ ਮੈਂ ਕੋਸ਼ਿਸ਼ ਕੀਤਾ ਇਹਨਾਂ ਨੂੰ ਇਹਨਾਂ ਹਾਲਾਤਾਂ 'ਚ ਨਹੀਂ ਛੱਡਾਂਗੇ, ਇਹਨਾਂ ਦਾ ਇਲਾਜ ਕਰਵਾਵਾਂਗੇ ਜੀ, ਤੇ ਇਹਨਾਂ ਦਾ ਕਮਰਾ ਹੈ ਜਿਹੜਾ ਉਹਦੀ ਛੱਤ ਬਦਲਾਵਾਂਗੇ, ਪੱਖੇ ਤੇ ਬਿਜਲੀ ਦਾ ਪ੍ਰਬੰਧ ਜ਼ਰੂਰ ਕਰਾਂਗੇ। ਬਾਕੀ ਇਹਨਾਂ ਦੀ ਜ਼ਮੀਨ ਦਾ ਕੀ ਬਣਿਆ, ਇਹ ਖੁਦ ਇਹ ਆਪ ਹੀ ਦੱਸ ਸਕਦੇ ਨੇ, ਜਾਂ ਉਹ ਪੜਤਾਲ ਹੋ ਸਕਦੀ ਆ ਵੀ 12 ਕਿੱਲੇ ਸੀ ਜ਼ਮੀਨ ਦੇ, ਤੇ ਅੱਜ ਕੱਲ੍ਹ ਬੰਦਾ ਦਿਹਾੜੀਆਂ ਕਰਕੇ, ਮੈਨੂੰ ਪਤਾ ਲੱਗਿਆ 20-20 ਰੁਪਏ ਤੇ ਦਿਹਾੜੀ ਜਾਂਦੇ ਨੇ ਜੀ। ਇਹ ਦਿਹਾੜੀ ਕਰਕੇ ਰੋਟੀ ਖਾਂਦੇ ਨੇ। ਮਤਲਬ ਉਹ ਜ਼ਮੀਨ ਸੀ ਜਿਹੜੀ, ਉਹ ਕਿੱਧਰ ਗਈ ਹੈ ਨਾ, ਉਹਦਾ ਕੁਝ ਨਹੀਂ ਥੋ ਪਤਾ ਨਹੀਂ ਲੱਗਿਆ। ਨਹੀਂ, ਹਜੇ ਕੁਝ ਨਹੀਂ ਪਤਾ ਜੀ। ਬੀਬੀ ਜੀਤੋ ਜਦੋਂ ਆਪਦੀ ਭੈਣ ਕੋਲ ਆਈ, ਲੈ ਕੇ ਆਏ ਆ ਇਹਨਾਂ ਨੂੰ ਕਰਨੀ ਸਰ ਤੋਂ, ਤਾਂ ਉਦੋਂ ਰਾਤ ਨੂੰ ਉਹਨਾਂ ਨੇ ਸੇਵੀਆਂ ਬਣਾਈਆਂ। ਸੇਵੀਆਂ ਖਾ ਕੇ ਤੇ ਕਹਿੰਦੀ, ਮੇਰੀ ਮਾਸੀ ਨੂੰ ਸੱਦਿਆ, ਉਹ ਤਾਂ ਸਿਰ ਪਲੋਸੇ, ਕਹਿੰਦੀ ਜਿਉਂਦੀ ਵਸਦੀ ਰਹਿ, ਪਤਾ ਨਹੀਂ ਕਿੰਨੇ ਸਾਲਾਂ ਬਾਅਦ ਖਾਧੀਆਂ। ਕਹਿੰਦੀ ਕੱਚੀ ਲੱਸੀ ਦੇ ਵਿੱਚ ਨਾ ਰੋਟੀਆਂ ਭੋਰ ਕੇ ਖਾਂਦੇ ਸੀ ਅਸੀਂ, ਕੱਚੀ ਲੱਸੀ 'ਚ। ਐਡੀ ਘਰਾਣੇ ਦੀ ਧੀ ਨੋਹ ਹੋਣ ਦੇ ਬਾਵਜੂਦ ਅੱਜ ਇਹਦੇ ਇਹ ਹਾਲਾਤ ਨੇ। ਇਹਦਾ ਜ਼ਿੰਮੇਵਾਰ ਕੌਣ ਆ? ਪੇਕੇ ਨੇ, ਸਮਾਜ ਨੇ, ਜਾਂ ਸਹੁਰੇ ਨੇ? ਕੌਣ ਨੇ ਜ਼ਿੰਮੇਵਾਰ ਜੀ? ਹੁਣ ਜਿਵੇਂ ਕਿ ਤੁਸੀਂ ਦੱਸ ਦਿਓ, ਇਹਨਾਂ ਦੇ ਘਰ ਦੇ ਹਾਲਾਤ ਬਹੁਤ ਮਾੜੇ ਆ। ਇਹਨਾਂ ਦੇ ਇੱਕ ਬੇਟੇ ਦੀ ਜਿਹੜੀਆਂ ਲੱਤਾਂ ਤੋਂ ਤੁਰ ਨਹੀਂ ਸਕਦੇ, ਇੱਕ ਬੇਟੇ ਦੇ ਅੱਖਾਂ ਦੀ ਨਜ਼ਰ ਨਹੀਂ ਹੈਗੀ। ਇਹਨਾਂ ਦੇ ਖੁਦ ਦਾ ਵੀ ਤੁਸੀਂ ਦੱਸ ਦਿਓ ਕਿ ਇਹਨਾਂ ਦੇ ਪਿੱਛੇ ਇੱਕ ਫੋੜਾ ਹੈ, ਹੈ ਨਾ। ਤਾਂ ਇਹਦਾ ਇਲਾਜ ਕਰਵਾਉਣ ਦੇ ਲਈ ਜਿਹੜਾ ਤੁਸੀਂ ਪੈਸਿਆਂ ਦਾ ਜਿਹੜਾ ਪ੍ਰਬੰਧ ਆ, ਉਹਦੇ ਲਈ ਤੁਸੀਂ ਸਮਾਜ ਭਲਾਈ ਸੰਸਥਾਵਾਂ ਤੋਂ ਜਾਂ ਸਰਕਾਰ ਤੋਂ ਕੋਈ ਮੰਗ ਕਰਦੇ ਹੋ? ਹਾਂਜੀ, ਸਮਾਜ ਸੇਵੀ ਸੰਸਥਾਵਾਂ ਨੇ ਜਿਹੜੀਆਂ, ਉਹਨਾਂ ਨੇ ਮੈਨੂੰ ਸਹਿਯੋਗ ਕੀਤਾ। ਅੱਜ ਬੀਬੀ ਜੀ ਵਾਸਤੇ ਰਾਸ਼ਨ ਵੀ ਭੇਜਿਆ ਪਰਮਿੰਦਰ ਵੀਰ ਜੀ ਨੇ,
ਕਹਿ ਰਹੇ ਨੇ ਸਹਿਯੋਗ ਕਰਨ ਲਈ, ਪਰ ਮੇਨ ਗੱਲ ਆ ਜੀ ਸਾਰੀਆਂ NGO ਜਿਹੜੀਆਂ ਹੁੰਦੀਆਂ ਨੇ ਉਹ ਆਪਣੇ ਆਪਣੇ ਕੇਸ ਹੀ ਹੈਂਡਲ ਕਰਦੀਆਂ ਨੇ। ਤਾਂ ਜੇਕਰ ਸਰਕਾਰ ਤੋਂ ਮਦਦ ਹੋ ਜੇ ਤਾਂ ਬਹੁਤ ਵਧੀਆ ਗੱਲ ਆ, ਪਰ ਮੈਨੂੰ ਐਂ ਲੱਗਦਾ ਜੇਕਰ ਜੀਤੋ ਬੀਬੀ ਦੇ ਇਲਾਜ ਲਈ ਮੈਨੂੰ ਚੁਰਾਹੇ 'ਚ ਖੜ ਕੇ ਮੰਗਣਾ ਵੀ ਪੈ ਗਿਆ ਨਾ ਤਾਂ ਮੈਂ ਮੰਗਣ ਲਈ ਤਿਆਰ ਹਾਂ। ਇਹਨਾਂ ਦਾ ਇਲਾਜ ਜ਼ਰੂਰ ਕਰਾਂਗੇ ਜੀ ਅਸੀਂ। ਆਧਾਰ ਕਾਰਡ ਸੀ ਇਹਨਾਂ ਦੇ, ਜਿਹੜੇ ਆਧਾਰ ਕਾਰਡ ਸੀ, ਹੋਰ ਨਰੇਗਾ ਵਾਲੇ ਕਾਰਡ ਬਣੇ ਸੀਗੇ, ਉਹ ਇਹਨਾਂ ਦੇ ਝੋਲੇ 'ਚੋਂ ਕੱਢ ਲਏ ਗਏ ਆ। ਉਹ ਕਿਹਨੇ ਕੱਢਿਆ ਇਹਦੀ ਵੀ ਪੜਤਾਲ ਜ਼ਰੂਰੀ ਆ, ਹਜੇ ਕਰਾਂਗੇ ਜੀ। ਉਹ ਵਾਪਸ ਮੰਗਵਾਵਾਂਗੇ ਕਿਹਨੇ ਕੱਢੇ ਨੇ। ਦੇਖੋ ਲੋਕਾਂ ਦੀ ਕਿੰਨੀ ਇਨਸਾਨੀਅਤ ਮਰ ਚੁੱਕੀ ਆ। ਤੁਸੀਂ ਇਹਨਾਂ ਨੂੰ ਰੋਟੀ ਪਾਣੀ ਨਹੀਂ ਦੇ ਸਕਦੇ, ਇਹਨਾਂ ਦਾ ਇਲਾਜ ਨਹੀਂ ਕਰ ਸਕਦੇ, ਠੀਕ ਹੈ। ਤੁਸੀਂ ਘੱਟੋ ਘੱਟ ਜੇਕਰ ਕੋਈ ਇਹਨਾਂ ਦੀ ਮਦਦ ਕਰਨੀ ਚਾਹੁੰਦਾ, ਇਹਨਾਂ ਦੇ ਆਧਾਰ ਕਾਰਡ ਵਗੈਰਾ ਤਾਂ ਨਾ ਕੱਢੋ, ਉਹ ਮੰਗਾਵਾਂਗੇ ਜੀ। ਉਹਨਾਂ ਦੀ ਵੀ ਜਾਂਚ ਪੜਤਾਲ ਕਰਾਂਗੇ ਉਹ ਕਿਹਨੇ ਕੱਢਿਆ, ਕਿਹਦੇ ਕੋਲ ਨੇ। ਤਾਂ ਇਹਨਾਂ ਦਾ ਇਲਾਜ ਜਲਦੀ ਆਪਾਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਜਲਦੀ ਇਹਨਾਂ ਦਾ ਇਲਾਜ ਕਰਾਵਾਂਗੇ ਜੀ, ਤਿੰਨਾਂ ਦਾ ਹੀ। ਬਿਲਕੁਲ, ਜਿਹੜੀ ਸਮਾਜ ਨੇ ਜਾਂ ਇਹਨਾਂ ਦੇ ਪਰਿਵਾਰ ਨੇ ਜੋ ਇਹਨਾਂ ਦੇ ਨਾਲ, ਇਸ ਪਰਿਵਾਰ ਦੇ ਨਾਲ, ਇਸ ਬਜ਼ੁਰਗ ਔਰਤ ਦੇ ਨਾਲ ਨਾਇਨਸਾਫੀ ਕੀਤੀ ਆ, ਅਸੀਂ ਚਾਹੁੰਦੇ ਹਾਂ ਕਿ ਉਮਰ ਦੇ ਇਸ ਪੜਾਅ 'ਤੇ ਆ ਕੇ ਇਹਨਾਂ ਨੂੰ ਇਨਸਾਫ ਮਿਲੇ। ਜਿੰਨਾ ਵੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਦੀਆਂ ਹਾਲਾਤਾਂ ਦੇ ਵਿੱਚ ਸੁਧਾਰ ਆ ਸਕਦਾ, ਅਸੀਂ ਵੀ ਚਾਹੁੰਦੇ ਹਾਂ ਕਿ ਇਹਨਾਂ ਦਾ ਸੁਧਾਰ ਹੋਵੇ। ਗੁਰਵੀਰ ਜੀ ਨਾਲ ਕਾਫੀ ਗੱਲਾਂ ਹੋ ਗਈਆਂ, ਉਹਨਾਂ ਨੇ ਇਹਨਾਂ ਦੇ ਸਾਰੇ ਹਾਲਾਤਾਂ ਬਾਰੇ ਦੱਸ ਹੀ ਦਿੱਤਾ ਕਿ ਕਿਵੇਂ ਉਹਨਾਂ ਨੇ ਇਹਨਾਂ ਨੂੰ ਲੱਭਿਆ, ਕਿਵੇਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਵੇਂ ਉਤਰਾਅ ਚੜ੍ਹਾਅ ਆਏ, ਕਿੱਥੇ ਕਿੱਥੇ ਉਹ ਰਹੇ ਤੇ ਕਿਹੋ ਜਿਹੇ ਉਹਨਾਂ ਦੇ ਹਾਲਾਤ ਸੀ ਜਦੋਂ ਉਹ ਉਹਨਾਂ ਨੂੰ ਮਿਲੇ। ਜੀਤੋ ਬੇਬੇ ਦਾ ਪਰਿਵਾਰ ਜਿਹੜਾ ਸਾਡੇ ਨਾਲ ਇੱਥੇ ਬੈਠਾ ਹੋਇਆ, ਉਹਨਾਂ ਦੇ 6 ਬੱਚੇ ਸੀ, ਜਿਨ੍ਹਾਂ 'ਚੋਂ 3 ਬੱਚੇ ਇਸ ਦੁਨੀਆ ਦੇ ਉੱਤੇ ਨਹੀਂ ਰਹੇ। ਹੁਣ ਉਹਨਾਂ ਦੀ ਬੇਟੀ ਤੇ 2 ਬੇਟੇ ਸਾਡੇ ਨਾਲ ਇੱਥੇ ਬੈਠੇ ਹੋਏ ਨੇ। ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ। ਤੁਸੀਂ ਜਦੋਂ ਛੋਟੇ ਸੀਗੇ ਉਦੋਂ ਆਪਣੇ ਨਾਨਕਿਆਂ ਬਾਰੇ ਜੀਤੋ ਬੇਬੇ ਤੋਂ ਕਦੇ ਪੁੱਛਿਆ ਤੁਸੀਂ? ਬਹੁਤ ਵਾਰੀ ਪੁੱਛਿਆ ਜੀ। ਸਾਨੂੰ ਬੇਬੇ ਨੇ ਕੁਛ ਨਹੀਂ ਦੱਸਿਆ। ਅਸੀਂ ਪੁੱਛਦੇ ਸਾਂ, ਆਖਦੀ ਸੀ ਹੈ ਨਹੀਂ ਗਾ ਕੋਈ ਤੁਹਾਡਾ। ਇੱਕ ਵਾਰ ਵੀ ਅਸੀਂ ਜਾਣਦੇ ਨਹੀਂ ਵੀ ਉਹ ਕੋਈ ਵਪਾਰੀ ਸੀ, ਕੌਣ ਸੀ। ਉਹ ਕਿਹਾ ਸੀ ਮੈਂ ਛੋਟੀ ਸਾਂ, ਥੋੜਾ ਉੱਚੀ। ਇਹ ਮੈਂ ਛੋਟੀ ਸਾਂ ਤੇ ਮੇਰੇ ਭਾਈ ਤਾਂ ਇਹ ਤਾਂ ਵਿਚਾਰੇ ਇਹ ਤਾਂ ਜਮਾਂ ਹੀ ਛੋਟੇ ਸੀ। ਮੈਂ ਕਿਹਾ ਨਾ ਮਾਂ ਵੇਖੀ ਨਾ ਵੀ ਇਹ ਕੌਣ ਆ, ਮਾਮਾ ਸਾਡਾ ਨਾਨਾ। ਆਦੀ ਕੋਈ ਨਹੀਂ, ਮੈਨੂੰ ਤਾਂ ਪਤਾ ਨਹੀਂ ਕੌਣ ਹੈ। ਅੱਛਾ, ਹਾਂਜੀ, ਸਾਨੂੰ ਐਂ ਆਖਿਆ ਮੈਨੂੰ। ਅੱਛਾ, ਮਤਲਬ ਤੁਹਾਨੂੰ ਕਦੇ ਕੁਝ ਨਹੀਂ ਦੱਸਦੇ ਸੀਗੇ? ਹਾਂਜੀ, ਮੈਨੂੰ ਕੁਛ ਨਹੀਂ ਦੱਸਿਆ ਕਦੇ। ਮੈਂ ਬਹੁਤ ਵਾਰੀ ਪੁੱਛਿਆ ਸੀ, ਅਸੀਂ ਕਈ ਬਾਹਲੇ ਵਾਰੀ ਪੁੱਛਣਾ ਸੀ ਛੋਟੇ ਛੋਟੇ ਹੁੰਦੇ, ਜਦੋਂ ਆਖਦੀ ਸੀ ਨਹੀਂ ਹੈ ਹੀ ਨਹੀਂ ਗਾ, ਮੇਰਾ ਤਾਂ ਕੋਈ ਹੈ ਹੀ ਨਹੀਂ ਸੀਗਾ। ਅਸੀਂ ਐਂ ਸੋਚਣਾ ਵੀ ਆਖਦੇ ਵੀ ਸਾਨੂੰ ਇਹ ਕਿਉਂ ਨਹੀਂ ਦੱਸਦੀ। ਅਸੀਂ ਚਾਚਾ ਤਾਇਆਂ ਨੂੰ ਵੀ ਪੁੱਛਣਾ ਵੀ ਜਦੋਂ ਇਹਨੇ ਦੱਸਿਆ ਹੀ ਨਹੀਂ ਸੀ ਕਿਸੇ ਨੂੰ ਵੀ, ਤਾਂ ਫਿਰ ਸਾਨੂੰ ਵੀ ਉਹ ਵੀ ਕੀ ਦੱਸਣ ਵਿਚਾਰੇ। ਉਹ ਵੀ ਆਖਦੇ ਸੀ ਸਾਨੂੰ ਤਾਂ ਆਪ ਨਹੀਂ ਕੁਛ ਦੱਸਦੀ ਗੀ। ਹਾਂ, ਤੁਸੀਂ ਕਦੇ ਮਾਂ ਦੀਆਂ ਅੱਖਾਂ ਦੇ ਵਿੱਚ ਉਹ ਵਿਰਾਗ ਦੇਖਿਆ, ਕਦੇ ਰੋਂਦਿਆਂ ਨੂੰ ਦੇਖਿਆ ਇਹਨਾਂ ਨੂੰ? ਬਹੁਤ ਬਹੁਤ ਵੇਖਿਆ। ਕੱਲੀ ਬੈਠੀ ਗੱਲਾਂ ਕਰਦੀ ਸੀ, ਕੱਲੀ ਰੋਂਦੀ ਸੀ। ਤੇ ਨਵਾਂ ਤੂੰ ਰੋਨੀ ਕਿਹਨੂੰ ਗੱਲਾਂ ਕਰਦੀ? ਆਂਦੀ ਕਿਸੇ ਨੂੰ ਨਹੀਂ। ਤੁਹਾਨੂੰ ਕੀ ਪਤਾ? ਅੱਜ ਜਿਵੇਂ ਹੁਣ ਆਪਾਂ ਨੂੰ ਦੱਸੀ ਜਾਂਦੀ ਆ, ਉਦੋਂ ਦੱਸੀ ਜਾਂਦੀ ਆ। ਆਂਦੀ ਤੁਹਾਨੂੰ ਕੀ ਪਤਾ? ਕੋਈ ਨਹੀਂ, ਮੇਰਾ ਤਾਂ ਕੋਈ ਨਹੀਂ ਸੀਗਾ, ਮੈਂ ਤਾਂ ਕੱਲੀ ਸਾਂਗੀ। ਆਂਦੀ ਤੂੰ ਅਸੀਂ ਆਖ ਦਿੰਦੇ ਵੀ ਸਾਡਾ ਕੋਈ ਵੀ ਹੈ ਨਹੀਂ। ਮਾਂ ਤੂੰ ਕੱਲੀ ਸਾਂਗੀ, ਸਾਨੂੰ ਨਹੀਂ ਪਤਾ ਸੀ ਵੀ ਸਾਡੀਆਂ ਇੰਨੀਆਂ ਮਾਸੀਆਂ ਮਾਮੇ ਆ, ਸਾਡਾ ਇੰਨਾ ਪਰਿਵਾਰ ਆ। ਵੀ ਮੈਂ ਨਹੀਂ ਵੀ ਮੇਰਾ ਵਿਛੜਾ ਪਰਿਵਾਰ ਮਿਲਿਆ ਇਹਨਾਂ ਨੂੰ। ਹਾਂ, ਤੇ ਤੁਹਾਡੇ ਜਿਹੜਾ ਪਰਿਵਾਰ ਸੀ ਤੁਹਾਡਾ ਉੱਥੇ, ਹੈ ਨਾ, ਜਿੱਥੇ ਤੁਸੀਂ ਰਹਿੰਦੇ ਸੀਗੇ, ਉਹ ਪਰਿਵਾਰ ਤੋਂ ਕਦੇ ਨਹੀਂ ਤੁਸੀਂ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਸਾਡੇ ਨਾਨਕੇ ਕਿੱਥੇ ਆ? ਹਾਂਜੀ, ਪੁੱਛਿਆ ਸੀ ਉਸ ਪਰਿਵਾਰ ਤੋਂ। ਅਸੀਂ ਬਹੁਤ ਵਾਰੀ ਪੁੱਛਿਆ ਸੀ। ਸਾਡੀਆਂ ਚਾਚੀਆਂ ਨੂੰ ਵੀ, ਹੁਣ ਜਿਹੜੀ ਮੇਰੀ ਚਾਚੀ ਉੱਥੇ ਜਿਹਦੇ ਕੋਲੇ ਸੀ ਇਹ, ਉਹਨੂੰ ਅਸੀਂ ਪੁੱਛਦੇ ਸਾਂ। ਉਹ ਬਸ ਇੱਕ ਦੋ ਗੱਲਾਂ ਦੀ ਵੀ ਇੰਨਾ ਪਿੰਡ ਦਾ ਹੀ ਸਾਨੂੰ ਪਤਾ ਤੇ ਵੀ ਤੁਹਾਡੀ ਮਾਂ ਸਾਨੂੰ ਨਾ ਦੱਸਦੀ ਨਹੀਂ ਸੀ ਕੁਛ ਵੀ। ਸਾਡੀਆਂ ਭੂਆ ਸੀ ਵੀ ਉਸ ਟਾਈਮ ਹੁਣ ਹੈ ਨਹੀਂ। ਅਸੀਂ ਭੂਆ ਨੂੰ ਵੀ ਪੁੱਛਦੇ, ਜਿਹੜੀ ਮੈਨੂੰ ਇੱਥੇ ਲੈ ਕੇ ਆਈ ਸੀ, ਇਹਨੂੰ ਵੀ ਅਸੀਂ ਮੈਂ ਪੁੱਛਣਾ ਬਹੁਤ ਵਾਰੀ ਵੀ ਭੂਆ ਜੀ ਸਾਨੂੰ ਦੱਸੋ ਵੀ ਤੁਹਾਨੂੰ ਤਾਂ ਪਤਾ ਹੀ ਹੋਣਾ ਸਾਡੀ ਮਾਂ ਦਾ। ਆਖਦੀ ਪੁੱਤ ਸਾਨੂੰ ਦੱਸਦੀ ਨਹੀਂ ਸੀਗੀ, ਬਸ ਐਂ ਆਖ ਦਿੰਦੀ ਸੀ ਵੀ ਹੈ ਨਹੀਂ ਗਾ ਮੇਰਾ ਪੁੱਤ, ਸਾਨੂੰ ਤਾਂ ਆਪ ਨਹੀਂ ਦੱਸਿਆ ਤੇਰੀ ਮਾਂ ਨੇ। ਆਹੀ ਗੱਲਾਂ ਬਸ ਸਾਨੂੰ ਦੱਸਦੀ ਜੀ। ਹੁਣ ਜਿਵੇਂ ਦੱਸ ਰਹੇ ਸੀ ਕਿ ਉਹਨਾਂ ਦੇ ਜਿਹੜਾ ਪੈਰ ਤੇ ਸੱਪ ਲੜਿਆ ਹੋਇਆ, ਉਹ ਤੁਰ ਨਹੀਂ ਸਕਦੇ, ਹੈ ਨਾ। ਉਹਨਾਂ ਦੀ ਨਜ਼ਰ ਆ ਜਿਹੜੀ ਵੱਡੇ ਬੇਟੇ ਦੀ, ਹੈ ਨਾ, ਉਹ ਕਮਜ਼ੋਰ ਹੈ। ਤੇ ਇਹਨਾਂ ਦੇ ਆਪਦੇ ਵੀ ਬੈਕ ਤੇ ਫੋੜਾ, ਹੈ ਨਾ। ਤੁਸੀਂ ਇਲਾਜ ਕਰਵਾਉਣ ਦਾ ਤੁਸੀਂ ਕੋਈ ਕੀ ਸੋਚਿਆ? ਮੈਂ ਬਹੁਤ ਵਾਰੀ ਇਹਨਾਂ ਨੂੰ ਉਦੋਂ ਉੱਥੇ ਵੇਖਿਆ ਸੀ, ਆਖਿਆ ਸੀ। ਉੱਥੋਂ ਵਾਲੇ ਆਖ ਦਿੰਦੇ ਸੀ ਵਿਖਾਈ ਆ, ਅਸੀਂ ਆਂਦੇ ਉਹ ਵਿਖਾਈ ਆ, ਬਜ਼ੁਰਗ ਹੋ ਗਈ, ਇਹਦੇ ਟੀਕਾ ਨਹੀਂ ਲੱਗਦਾ ਗਾ। ਤੇ ਇਹਦੇ ਉਹ ਵੇਖੀ ਨਾ ਵੀ ਆਪਣਾ ਵੀ ਫੋੜਾ ਹੈ, ਇਹਦਾ ਇਲਾਜ ਨਹੀਂ ਹੁੰਦਾ, ਇਹਦੇ ਟੀਕਾ ਹੀ ਨਹੀਂ ਲੱਗਦਾ ਗਾ, ਇਹਦੇ ਹੱਡ ਨਹੀਂ ਕੰਮ ਕਰਦੇ, ਇਹਦੇ ਆਏ ਆ। ਬਸ ਐਂ ਆਖ ਕੇ ਡਾਕਟਰ, ਜਿਹੜਾ ਪਿੰਡ ਵਾਲਾ ਡਾਕਟਰ ਸੀ ਨਾ, ਉਹਨੂੰ ਪੁੱਛਦੇ ਵਿਖਾਉਂਦੇ। ਮੈਂ ਵੀ ਇੱਕ ਦੋ ਵਾਰ ਉੱਥੇ ਗਈ। ਮੈਂ ਆਂਦੀ ਵੀ ਇਹਦੇ ਵੀਰੇ ਐਂ ਰਸਦਾ ਵਿਚਾਰੀ ਦੇ ਵੀ ਕੱਪੜੇ ਖਰਾਬ ਹੋ ਜਾਂਦੇ ਆ। ਆਂਦਾ ਇਹ ਤਾਂ ਭੈਣੇ ਹੁਣ ਬਜ਼ੁਰਗ ਹੋ ਗਈ, ਇਹਦੇ ਕਿਹੜਾ ਹੁਣ ਆਪਰੇਸ਼ਨ ਹੋਣਾ ਵਿਚਾਰੀ ਦਾ।
ਤੇ ਉਹ ਜਿਹੜੀ ਉਹਨਾਂ ਦਾ ਲੱਤਾਂ ਦਾ ਵੀ ਇਲਾਜ ਹੈ ਨਾ। ਹਾਂ ਲੱਤ ਬਾਰੇ ਜੀ ਵਿਖਾਇਆ ਸੀ, ਉੱਥੇ ਵੀ ਵਿਖਾਇਆ ਸੀ, ਇੱਕ ਦੋ ਵਾਰ ਡਾਕਟਰ ਆਏ ਸੀ, ਉਹ ਵੀ ਕਹਿੰਦੇ ਸੀਗੇ ਵੀ ਇਹ ਆਹ ਮਾਸ ਹੀ ਕੱਟਾ ਹੋਇਆ, ਮਾਸ ਕੱਟ ਕੇ ਤੇ ਵੀ ਸਹੀ ਹੋ ਜੂਗੀ। ਹਾਂ ਤੇ ਵੀ ਸਹੀ ਹੋ ਜੂਗੀ, ਵੀ ਇਹ ਤੁਰਨ ਲੱਗ ਜੂਗਾ। ਸੋ ਇਹ ਸੀ ਜੀਤੋ ਬੇਬੇ, ਜਿਨ੍ਹਾਂ ਦੀ ਕਹਾਣੀ ਸੁਣ ਕੇ ਸ਼ਾਇਦ ਹੀ ਕੋਈ ਇਨਸਾਨ ਹੋਊਗਾ ਜੋ ਭਾਵੁਕ ਨਾ ਹੋਇਆ ਹੋਵੇ। ਇੰਟਰਵਿਊ ਦੇ ਦੌਰਾਨ ਮੈਂ ਖੁਦ ਜਦੋਂ ਗੁਰਵੀਰ ਜੀ ਤੋਂ ਗੱਲਾਂ ਸੁਣ ਰਹੀ ਸੀ ਉਹਨਾਂ ਦੇ ਪੁਰਾਣੇ ਸਮੇਂ ਦੀ, ਤਾਂ ਮੈਂ ਆਪ ਖੁਦ ਕਿੰਨੇ ਵਾਰ ਭਾਵੁਕ ਹੋਈ ਹਾਂ, ਮੇਰੀਆਂ ਅੱਖਾਂ ਕਿੰਨੇ ਵਾਰ ਭਰੀਆਂ। ਇਸ ਪਰਿਵਾਰ ਦੀ ਕਹਾਣੀ ਤਾਂ ਤੁਸੀਂ ਸੁਣ ਲਈ ਹੈ, ਹਾਲਾਤ ਵੀ ਤੁਸੀਂ ਸੁਣ ਲਿਆ ਕਿ ਕਿੰਨੇ ਮਾੜੇ ਹਾਲਾਤਾਂ ਦੇ ਵਿੱਚੋਂ ਉਹਨਾਂ ਨੂੰ ਇੱਥੇ ਲਿਆਂਦਾ ਗਿਆ। ਹੁਣ ਉਹ ਇਸ ਟਾਈਮ ਹਨੂੰਮਾਨਗੜ੍ਹ ਦੇ ਕੋਲੇ ਜਿਹੜਾ ਪਿੰਡ ਹੈ ਉੱਥੇ ਆਪਣੀ ਬੇਟੀ ਦੇ ਕੋਲੇ ਆ ਚੁੱਕੇ ਨੇ, ਜੀਤੋ ਬੇਬੇ ਤੇ ਉਹਨਾਂ ਦੇ 2 ਬੇਟੇ। ਉਹਨਾਂ ਦੀ ਬੇਟੀ ਬਾਰੇ ਵੀ ਮੈਂ ਤੁਹਾਨੂੰ ਦੱਸਦੀ ਹਾਂ, ਉਹ ਵਿਧਵਾ ਨੇ। ਬਹੁਤ ਛੋਟਾ ਜਿਹਾ ਘਰ ਆ ਜਿੱਥੇ ਅਸੀਂ ਬੈਠੇ ਹਾਂ, 2 ਕਮਰੇ ਨੇ, ਕੁਝ ਵੀ ਹੈ ਨਹੀਂ ਆਸੇ ਪਾਸੇ। ਬਹੁਤ ਹਾਲਾਤ ਇਸ ਘਰ ਦੇ ਵੀ ਮਾੜੇ ਨੇ, ਬਹੁਤ ਗਰੀਬੀ ਦੇ ਵਿੱਚ ਰਹਿ ਰਹੇ ਨੇ ਇਹ। ਤੇ ਅਸੀਂ ਚਾਹੁੰਦੇ ਹਾਂ ਕਿ ਜਿੰਨੇ ਵੀ ਤੁਸੀਂ ਦਰਸ਼ਕ ਸਾਡੇ ਟੀਵੀ ਦੇ ਨਾਲ, ਸਾਡੇ ਚੈਨਲ ਦੇ ਨਾਲ ਜੁੜੇ ਹੋਏ ਹੋ, ਜੇ ਤੁਹਾਡੇ ਵਿੱਚੋਂ ਕੋਈ ਵੀ ਇਹਨਾਂ ਦੀ ਹੈਲਪ ਕਰਨੀ ਚਾਹੁੰਦਾ, ਇਹਨਾਂ ਦੀ ਮਦਦ ਕਰਨੀ ਚਾਹੁੰਦਾ, ਜਾਂ ਕਿਸੇ NGO ਨੂੰ, ਸਮਾਜ ਸੇਵੀ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨਾਲ ਜੁੜੇ ਹੋਏ ਹੋ, ਤਾਂ ਇਸ ਪਰਿਵਾਰ ਦੀ, ਜੀਤੋ ਬੇਬੇ ਦੀ ਕਹਾਣੀ ਸੁਣ ਕੇ, ਇਹਨਾਂ ਦੀ ਇੰਟਰਵਿਊ ਦੇਖ ਕੇ ਤੁਸੀਂ ਇਹਨਾਂ ਦੀ ਜ਼ਰੂਰ ਹੈਲਪ ਕਰੋ, ਇਹਨਾਂ ਦੀ ਮਦਦ ਕਰੋ। ਇਹਨਾਂ ਨੂੰ ਬਹੁਤ ਜ਼ਿਆਦਾ, ਕਿਉਂਕਿ ਇੱਕ ਇਨਸਾਨ 63 ਸਾਲ ਆਪਣੇ ਪਰਿਵਾਰ ਤੋਂ ਵਿਛੜਿਆ ਰਿਹਾ, ਇੱਕ ਬਜ਼ੁਰਗ ਔਰਤ ਜਿਹੜੀ, ਉਹਦਾ ਦੁੱਖ ਅਸੀਂ ਸਮਝ ਸਕਦੇ ਹਾਂ। ਸੋ ਮੈਂ ਤੁਹਾਨੂੰ ਇਹੀ ਅਪੀਲ ਕਰਦੀ ਹਾਂ ਕਿ ਜਿੰਨਾ ਵੀ ਤੁਸੀਂ ਇਹਨਾਂ ਦੀ ਮਦਦ ਕਰਨੀ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ। ਸ਼ੁਕਰੀਆ।